सत श्री अकाल जी, नमस्कार, आदाब। मैं सुखदीप कौर संधू लेके हाजिर प्रोग्राम डाइट एंड फिट। जिंदगी दे विच हर कोई चाहता है मैं सोहना दिखां, मैं पतला दिखां, स्लिम दिखां, सोहने कपड़े पाए होण ते जचदे होने चाहिए है। पर असीं खा पी ते बहुत कुछ लैंदे आ ते जदों खा पी लैंदे आ ते फिर पता लगदा है कि बॉडी ते असर हो रहा है, मोटापा वध रहा है। सो मोटापा वधन दे बहुत सारे कारण होर भी हो सकते हैं। सो अज असीं जिस टॉपिक ते गलबात करनी है, सो मोटापे दे इर्द गिर्द गल्लां होणगीਆਂ, उसदे की कारण ने, किवें असीं उसनूं सॉल्व करना है उस प्रॉब्लम नूं। सो सारियां गल्लां करांगे। अज प्रोग्राम दे विच मेरे नाल मौजूद ने MD सतविंदर सिंह जी। सर, प्रोग्राम दे विच बहुत बहुत स्वागत है। धन्यवाद जी, धन्यवाद। सब तो पहला तो गल करांगे कि मोटापा हुंदा क्यों है। देखो सुखदीप जी, मोटापा होने के बहुत ਜਿਹੜੇ ਕਾਰਨ ਹੈਗੇ ਆ, ਸਾਡੇ ਖਾਣ ਪੀਣ ਦੀਆਂ ਗਲਤ ਆਦਤਾਂ ਹੈਗੀਆਂ। ਤੁਸੀਂ ਬਾਜ਼ਾਰ 'ਚ ਜਾਓਗੇ ਤੁਹਾਨੂੰ ਹਰ ਪਾਸੇ ਦੇਖੋ ਖਾਣ ਪੀਣ ਦੀਆਂ ਚੀਜ਼ਾਂ ਨਜ਼ਰ ਆਉਣਗੀਆਂ, ਦਿਮਾਗ ਵਿੱਚ ਹਰ ਵੇਲੇ ਖਾਣਾ ਹੀ ਹੁੰਦਾ ਹੈਗਾ ਜੀ। ਮੋਟਾਪਾ ਜਿਹੜਾ ਹੈਗਾ ਮਾਨਸਿਕ ਹੋ ਹੀ ਜਾਂਦਾ ਹੈਗਾ ਆ। ਅਸੀਂ ਜਦੋਂ ਮਿੱਠੀ ਚੀਜ਼ ਖਾ ਲੈਂਦੇ ਨਾ, ਬੜਾ ਰਿਲੈਕਸੇਸ਼ਨ ਫੀਲ ਸਾਨੂੰ ਹੁੰਦੀ ਹੈਗੀ ਆ। ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਹੈਗੀਆਂ, ਜ਼ਿਆਦਾ ਅਸੀਂ ਕਾਰਬੋਹਾਈਡਰੇਟਸ ਵਾਲੀ ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਆ, ਜਦੋਂ ਫਿਰ ਸਾਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ। ਸਾਨੂੰ ਪਤਾ ਹੀ ਨਹੀਂ ਹੈਗਾ ਜਿਹੜਾ ਸਾਡੀ ਬਾਡੀ ਹੈਗੀ ਹੈ, ਸਾਡੇ ਅੰਦਰ 700 ਗ੍ਰਾਮ ਜਿਹੜਾ ਹੈਗਾ ਨਾ ਕਾਰਬੋ ਹੁੰਦੇ ਹੈਗੇ ਆ ਜੀ। ਸਾਡੀ ਬਾਡੀ ਅੰਦਰ 700 ਗ੍ਰਾਮ ਹੀ ਰਹਿਣੇ ਹੈਗੇ ਆ। ਜਿਹੜੇ ਜ਼ਿਆਦਾ ਹੁੰਦੇ ਉਹ ਫੈਟ ਬਣਨੀ ਸ਼ੁਰੂ ਹੋ ਜਾਂਦੀ ਹੈਗੀ ਆ। ਜਦੋਂ ਜ਼ਿਆਦਾ ਫੈਟ ਆਊਗੀ ਸਾਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਣਾ ਹੈਗਾ। ਸੋ ਇਹ ਖਾਸ ਕਰਕੇ ਇਹ ਲੇਡੀਜ਼ ਦੇ ਵਿੱਚ ਹੀ ਹੁੰਦਾ ਹੈ। ਸੋ ਲੇਡੀਜ਼ ਦੇ ਵਿੱਚ ਕਿਉਂ ਜ਼ਿਆਦਾ ਹੁੰਦਾ ਹੈ? ਜੈਂਟਸ ਨੂੰ ਬਹੁਤ ਘੱਟ ਦੇਖਦੇ ਆ ਕਿ ਅਸੀਂ ਜੈਂਟਸ ਮੋਟੇ ਹੋਣਗੇ, ਜ਼ਿਆਦਾਤਰ ਲੇਡੀਜ਼ ਨੂੰ ਹੁੰਦਾ, ਜਦ ਕਿ ਉਹ ਘਰ ਦੇ ਵਿੱਚ ਹਾਊਸ ਵਾਈਫ ਹੀ ਹੁੰਦੀਆਂ ਨੇ। ਦੇਖੋ ਗੱਲ ਇੱਦਾਂ ਹੈਗੀ ਆ, ਚਾਹੇ ਵਰਕਿੰਗ ਵੀਮਨ ਹੋਣ ਚਾਹੇ ਹਾਊਸ ਵਾਈਫਸ ਹੋਣ ਜੀ, ਮੋਟਾਪਾ ਜਿਹੜਾ ਦਿਨ ਪ੍ਰਤੀ ਦਿਨ ਉਹਨਾਂ ਵਿੱਚ ਵੱਧ ਰਿਹਾ ਹੈਗਾ ਨਾ, ਇੱਕ ਤਾਂ ਹਾਰਮੋਨਲ ਇੰਬੈਲੈਂਸ ਕਰਕੇ ਵੱਧਦਾ ਹੀ ਵੱਧਦਾ ਹੈਗਾ ਆ ਜੀ। ਦੂਜਾ, ਕਈ ਵਾਰੀ ਕਿਚਨ ਵਿੱਚ ਹੁੰਦੀਆਂ ਕੋਈ ਨਾ ਕੋਈ ਚੀਜ਼ ਖਾਂਦੀਆਂ ਰਹਿੰਦੀਆਂ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿੰਨੀ ਕੈਲਰੀ ਕੰਜ਼ਿਊਮ ਕਰ ਲਈ ਹੈਗੀ। ਕਈ ਵਾਰੀ ਬਹੁਤ ਜ਼ਿਆਦਾ ਖਾ ਲੈਂਦੇ, ਕਹਿੰਦੇ ਖਾਧਾ ਤਾਂ ਅਸੀਂ ਕੁਛ ਵੀ ਨਹੀਂ, ਪਰ ਜਿਹੜਾ ਥੋੜ੍ਹਾ ਥੋੜ੍ਹਾ ਕਰਕੇ ਖਾਧਾ ਹੁੰਦਾ ਨਾ, ਉਹ ਬਹੁਤ ਨੁਕਸਾਨ ਦਿੰਦਾ ਹੈਗਾ ਜੀ। ਜਿਹੜਾ ਮਿੱਠਾ ਹੈਗਾ ਨਾ, ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਕਾਰਬੋ ਮਿਲਦੇ ਹੈਗੇ ਆ। ਕਈ ਵਾਰੀ ਚੀਨੀ ਖਾ ਲਈ ਜਾਂ ਚਾਹ ਪੀ ਲਈ, ਜਾਂ ਕਦੇ ਕੋਈ ਗੈਸਟ ਆ ਗਿਆ ਉਹਨਾਂ ਬਾਰੇ ਕੋਈ ਚੀਜ਼ ਰੱਖਦੇ ਹੈਗੇ, ਕੁਛ ਨਾ ਕੁਛ ਖਾਧਾ ਜਾਂਦਾ ਹੈਗਾ ਆ ਜੀ। ਹਾਰਮੋਨਲ ਇੰਬੈਲੈਂਸ ਵੇਲੇ ਬਿਲਕੁਲ ਖਿਆਲ ਰੱਖਣਾ ਚਾਹੀਦਾ, ਉਹਦਾ ਟਰੀਟਮੈਂਟ ਲੈ ਲੈਣਾ ਚਾਹੀਦਾ ਹੈਗਾ ਆ। ਦੂਜਾ 35 ਜਦੋਂ ਹੁੰਦੀ ਆ, ਉਹਨਾਂ ਨੂੰ ਕੈਲਸ਼ੀਅਮ ਲੈਣਾ ਜ਼ਰੂਰੀ ਹੈਗਾ, ਨਹੀਂ ਤਾਂ ਉਹਨਾਂ ਦੇ ਐਸਟ੍ਰੋਜਨ ਹਾਰਮੋਨ ਵਧਣ ਨਾਲ ਉਹਨਾਂ ਨੂੰ ਗੁੱਸਾ ਜ਼ਿਆਦਾ ਆਊਗਾ, ਚਿਹਰੇ 'ਤੇ ਹਲਕੇ ਹਲਕੇ ਵਾਲ ਆਉਣੇ ਸ਼ੁਰੂ ਹੋ ਜੂਗੇ। ਮੋਟਾਪਾ ਤਾਂ ਆਉਣਾ ਹੀ ਆਉਣਾ ਹੈਗਾ ਆ। ਜਦੋਂ 45 ਸਾਲ ਦੀ ਉਮਰ ਹੁੰਦੀ ਹੈਗੀ ਆ, ਮੈਨੋਪੌਜ਼ ਦੀ ਸਟੇਜ ਆਉਂਦੀ ਹੈਗੀ ਆ, ਉਦੋਂ ਵੀ ਉਹਨਾਂ ਨੂੰ ਟਰੀਟਮੈਂਟ ਲੈਣਾ ਚਾਹੀਦਾ। ਜੇ ਉਹ ਆਪਣੀ ਸਿਹਤ ਪ੍ਰਤੀ ਅਵੇਅਰ ਹੈਗੀਆਂ, ਫਿਰ ਉਹਨਾਂ ਨੂੰ ਮੋਟਾਪਾ ਨਹੀਂ ਆਉਣਾ ਹੈਗਾ ਆ, ਨਹੀਂ ਤਾਂ ਮੋਟਾਪਾ ਉਹਨਾਂ ਵਿੱਚ ਆਉਣਾ ਹੀ ਆਉਣਾ ਹੈਗਾ ਆ। ਅੱਜ ਕੱਲ੍ਹ ਕੀ ਹੈਗਾ ਆ, ਔਰਤਾਂ ਜਿਹੜੀਆਂ ਘਰ ਵਿੱਚ ਬੈਠੀਆਂ ਸੀਰੀਅਲ ਦੇਖਦੀਆਂ ਹੈਗੀਆਂ, ਕੋਈ ਫਿਜ਼ੀਕਲੀ ਐਕਟੀਵਿਟੀ ਨਹੀਂ, ਕੋਈ ਪੋਚਾ ਨਹੀਂ ਲਾਉਣਾ, ਕੋਈ ਰੋਟੀ ਨਹੀਂ ਪਕਾਉਣੀ, ਰੋਟੀ ਬਣਾਉਣ ਲਈ ਮੇਡ ਰੱਖੀ ਹੈਗੀ ਆ, TV ਵੀ ਜਿਹੜਾ ਰਿਮੋਟ ਨਾਲ ਚਲਾਉਣਾ ਹੈਗਾ, ਕੋਈ ਕੰਮ ਹੀ ਨਹੀਂ ਹੈਗਾ। ਘੱਟ ਫਿਜ਼ੀਕਲੀ ਐਕਟੀਵਿਟੀ ਹੋਣ ਕਰਕੇ ਜਿਹੜਾ ਮੋਟਾਪਾ ਬਹੁਤ ਜ਼ਿਆਦਾ ਸਾਨੂੰ ਆ ਰਿਹਾ ਹੈਗਾ ਆ, ਚਾਹੇ ਉਹ ਜੈਂਟਸ ਹੈਗੇ ਆ ਚਾਹੇ ਉਹ ਲੇਡੀਜ਼ ਹੈਗੀਆਂ ਆ ਜੀ। ਸੋ ਤੁਸੀਂ ਜਿਹੜੀ ਡਾਈਟ ਐਂਡ ਫਿਟ ਦੀ ਕਿੱਟ ਦਿੰਦੇ ਹੋ, ਮੋਟਾਪੇ ਨੂੰ ਜੜ ਤੋਂ ਦੂਰ ਕਰਨ ਦੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਹੈ। ਸੋ ਇਹਦਾ ਯੂਜ਼ ਕਿਵੇਂ ਕਰਨਾ ਚਾਹੀਦਾ? ਦੇਖੋ, ਡਾਈਟ ਐਂਡ ਫਿਟ ਦਾ ਬੜਾ ਸਿੰਪਲ ਜਿਹਾ ਇੱਕ ਫਾਰਮੂਲੇਸ਼ਨ ਹੈਗੀ ਆ। ਇੱਕ ਅਸੀਂ ਡਾਈਟ ਪਲਾਨ ਦਿੰਦੇ ਹੈਗੇ ਆ ਜੀ। ਅਸੀਂ ਕਹਿੰਦੇ ਜੋ ਅਸੀਂ ਦਿੱਤਾ ਉਹਦੇ ਹਿਸਾਬ ਨਾਲ ਤੁਸੀਂ ਖਾ ਲਓ, ਬਾਕੀ ਚੀਜ਼ਾਂ ਛੱਡ ਦੇਣੀਆਂ ਹੈਗੀਆਂ। ਦੂਜਾ, ਅਸੀਂ ਫੂਡ ਸਪਲੀਮੈਂਟ ਦਿੰਦੇ ਹੈਗੇ ਤਾਂ ਕਿ ਸਾਡੇ ਸਰੀਰ ਨੂੰ ਕੋਈ ਕਮਜ਼ੋਰੀ ਨਾ ਆਵੇ, ਸਾਡੇ ਸਰੀਰ ਨੂੰ ਵਿਟਾਮਿਨ ਮਿਨਰਲਸ ਜਿਹੜੇ ਚਾਹੀਦੇ ਹੈਗੇ ਉਹ ਪੂਰੇ ਹੋ ਜਾਣ। ਜਿਹੜਾ ਸਾਨੂੰ ਫਾਈਬਰ ਚਾਹੀਦਾ ਹੈਗਾ, ਪ੍ਰੋਟੀਨ ਚਾਹੀਦਾ ਹੈਗਾ ਆ, ਉਹ ਸਾਨੂੰ ਡਾਈਟ ਪਲਾਨ ਤੋਂ ਹੀ ਜੋ ਅਸੀਂ ਖਾਣਾ ਦਿੰਦੇ ਹਾਂ ਖਾਣ ਵਾਸਤੇ, ਉਹਦੇ ਵਿੱਚ ਪੂਰਾ ਹੋ ਜਾਂਦਾ ਹੈਗਾ ਆ। ਸੋਚ ਤਾਂ ਹਟਦੀ ਆ, ਬਾਡੀ 'ਚੋਂ ਐਕਸਟਰਾ ਪਾਣੀ ਵੀ ਬਾਹਰ ਨਿਕਲ ਜਾਂਦਾ ਹੈਗਾ, ਅਤੇ ਮੈਟਾਬੋਲਿਜ਼ਮ ਨੂੰ ਇੰਨਾ ਕੁ ਬੂਸਟ ਕਰਦੀ ਹੈਗੀ ਆ ਵੀ ਜਿਹੜੀ ਸਾਡੇ ਸਰੀਰ ਦੇ ਅੰਦਰ ਫੈਟ ਹੈਗੀ ਆ ਨਾ, ਉਹ ਸਾਡੀ ਐਨਰਜੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਸਾਨੂੰ ਪਤਾ ਵੀ ਨਹੀਂ ਲੱਗਦਾ, ਅਸੀਂ ਪਤਲੇ ਹੋਣਾ ਸ਼ੁਰੂ ਹੋ ਜਾਂਦੇ ਹੈਗੇ ਆ। ਮੈਟਾਬੋਲਿਜ਼ਮ ਬੂਸਟ ਜਿੰਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਤੁਹਾਨੂੰ ਫਰਕ ਨਹੀਂ ਪੈਣਾ ਹੈਗਾ। ਕਈ ਲੋਕ ਖੁਦ ਐਫਰਟਸ ਕਰਦੇ ਹੈਗੇ ਆ, ਵਾਕ ਕਰਦੇ ਹੈਗੇ ਆ, ਜਾਂ ਕਈ ਵਾਰ ਸਵੇਰੇ ਉੱਠ ਕੇ ਗਰਮ ਪਾਣੀ ਪੀਂਦੇ ਆ, ਜਾਂ ਕੋਈ ਸ਼ਹਿਦ ਪਾ ਕੇ ਪੀਂਦਾ ਹੈਗਾ। ਜਦੋਂ ਸਟਾਰਟਿੰਗ 'ਚ ਐਫਰਟਸ ਕਰਦੇ ਹੈਗੇ ਆ, ਜਿਹੜੀ ਡੈਲੀਕੇਟ ਫੈਟ ਹੁੰਦੀ, ਸੌਫਟ ਫੈਟ ਹੁੰਦੀ, ਉਹ ਤਾਂ ਘਟ ਜਾਂਦੀ ਆ, ਪਰ ਬਾਅਦ ਵਿੱਚ ਨਹੀਂ ਘਟਦੀ। ਉਹਦਾ ਕਾਰਨ ਇਹ ਹੈਗਾ ਵੀ ਜਿਹੜੀ ਹਾਰਡ ਫੈਟ ਆ ਹੌਲੀ ਹੌਲੀ ਸਾਡੇ ਅੰਦਰ ਜੰਮੀ ਹੋਈ ਹੈਗੀ ਆ, ਉਹਨੂੰ ਘਟਾਉਣ ਵਾਸਤੇ ਕੋਈ ਯੂਨੀਕ ਪ੍ਰੋਡਕਟ ਦੀ ਲੋੜ ਆ, ਜਾਂ ਐਕਸਟਰਾ ਉਹਦੇ ਵਾਸਤੇ ਮਿਹਨਤ ਦੀ ਲੋੜ ਹੈਗੀ ਆ। ਉਹ ਕੀ ਕਰਨਾ ਚਾਹੀਦਾ ਹੈਗਾ, ਉਹ ਜੇ ਕਿਸੇ ਨੂੰ ਸਮਝ ਨਹੀਂ ਆਉਂਦੀ ਤਾਂ ਸਾਡਾ ਜਿਹੜਾ ਕਨਸੈਪਟ ਉਹਨੂੰ ਅਡਾਪਟ ਕਰਨ, ਉਹਨਾਂ ਦਾ ਭਾਰ ਘਟਣਾ ਸ਼ੁਰੂ ਹੋ ਜਾਊਗਾ। ਸਾਡਾ ਇੱਕ ਡਾਈਟ ਐਂਡ ਫਿਟ ਦਾ ਜੋ ਕਨਸੈਪਟ ਹੈਗਾ ਬੜਾ ਹੀ ਯੂਨੀਕ ਹੈਗਾ, ਇੰਨੀ ਕਿ ਇਹਦੇ ਵਿੱਚ ਵਾਈਟਲ ਪਾਵਰ ਹੈਗਾ, ਤੁਹਾਨੂੰ ਪਤਾ ਵੀ ਨਹੀਂ ਲੱਗੂਗਾ, ਤੁਹਾਨੂੰ ਕੋਈ ਵੀਕਨੈਸ ਨਹੀਂ ਆਵੇਗੀ ਜੀ। ਸੋ ਕਈਆਂ ਨੂੰ ਹੁੰਦਾ ਹੈ ਕਿ ਪਤਾ ਨਹੀਂ ਮੇਰੇ ਤੇ ਅਸਰ ਕਰੂਗਾ ਕਿ ਨਹੀਂ ਕਰੂਗਾ, ਪਤਾ ਨਹੀਂ ਮੈਂ ਪਤਲੇ ਹੋਣਾ ਕਿ ਨਹੀਂ ਹੋਣਾ, ਮੈਂ ਪੈਸੇ ਖਰਚ ਲਏ, ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਹਰ ਇੱਕ ਦਾ ਇਹੀ ਸਵਾਲ ਹੁੰਦਾ ਵੀ ਪਤਾ ਨਹੀਂ ਮੇਰੇ ਤੇ ਫਰਕ ਪੈਣਾ ਕਿ ਨਹੀਂ ਪੈਣਾ ਹੈਗਾ, ਜਾਂ ਕੋਈ ਟਰੀਟਮੈਂਟ ਲੈਣਾ ਚਾਹੁੰਦਾ ਹੈਗਾ, ਕੋਈ ਉਹਦਾ ਆਂਢੀ ਗੁਆਂਢੀ ਰਿਸ਼ਤੇਦਾਰ ਜਾਂ ਘਰ ਦੇ ਹੀ ਟੋਕ ਦਿੰਦੇ ਛੱਡ ਪਰੇ ਤੈਨੂੰ ਅਸਰ ਨਹੀਂ ਹੋਣਾ ਹੈਗਾ। ਪਹਿਲਾਂ ਗੱਲ ਤਾਂ ਇੱਦਾਂ ਦੀ ਨੈਗੇਟਿਵਿਟੀ ਤੋਂ ਬਚਣਾ ਹੈਗਾ ਆ। ਜੇ ਤੁਸੀਂ ਪਤਲੇ ਹੋਣਾ ਹੈਗਾ ਆ ਤਾਂ ਪਤਲੇ ਹੋ ਸਕਦੇ ਹੈਗੇ ਆ। ਇੱਕ ਸੈਲਫ ਜਿਹੜਾ ਕੌਨਫੀਡੈਂਸ ਦੀ ਜ਼ਰੂਰਤ ਹੁੰਦੀ ਹੈਗੀ ਆ, ਜੋ ਅਸੀਂ ਧਾਰ ਲਿਆ ਉਹ ਹੋ ਸਕਦਾ ਹੈਗਾ। ਅਸੀਂ ਆਪਣੇ ਆਪ ਨੂੰ ਵਧਾ ਵੀ ਸਕਦੇ ਹਾਂ ਤੇ ਘਟਾ ਵੀ ਸਕਦੇ ਹੈਗੇ ਆ, ਇਹ ਸਾਡੇ ਤੇ ਡਿਪੈਂਡ ਕਰਦਾ ਹੈਗਾ। ਜਿਹੜਾ ਤੁਹਾਡੇ ਵਿੱਚ ਫੈਟ ਆਈ ਹੈਗੀ ਆ,
ਮੈਂ ਤਾਂ ਪਾਈ ਨਹੀਂ, ਨਾ ਕਿਸੇ ਨੇ ਬਾਹਰੋਂ ਚੱਕ ਕੇ ਪਾਈ ਹੈਗੀ ਆ, ਸਾਡੀਆਂ ਗਲਤ ਖਾਣ ਪੀਣ ਦੀਆਂ ਆਦਤਾਂ ਕਰਕੇ ਹੋਈ ਹੈ ਨਾ। ਜੇ ਉਹ ਆ ਗਈ ਹੈਗੀ ਹੈ ਤਾਂ ਅਸੀਂ ਉਹਨੂੰ ਸੁਧਾਰ ਕੇ, ਆਪਣੀਆਂ ਗਲਤ ਖਾਣ ਪੀਣ ਦੀਆਂ ਜਿਹੜੀਆਂ ਆਦਤਾਂ ਉਹਨੂੰ ਸੁਧਾਰ ਕੇ, ਅਸੀਂ ਆਪਣੀ ਬਾਡੀ ਨੂੰ ਟਾਈਮ ਦੇ ਕੇ ਤੇ ਅਸੀਂ ਪਤਲੇ ਹੋ ਸਕਦੇ ਹੈਗੇ ਆ। ਭਾਰ ਘਟਾਉਣਾ ਕੋਈ ਔਖਾ ਕੰਮ ਨਹੀਂ ਹੈਗਾ, ਕੋਈ ਵੀ ਕਿਸੇ ਵੀ ਉਮਰ ਤੇ ਕਿਸੇ ਵੀ ਮੌਸਮ ਵਿੱਚ ਘਟਾ ਸਕਦਾ ਹੈਗਾ। ਬੇਫਿਕਰ ਰਹੋ, ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋਗੇ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੀ ਕਰਨਾ ਹੈਗਾ। ਬਿਲਕੁਲ ਨਿਸ਼ਚਿੰਤ ਰਹੋ, ਤੁਸੀਂ ਸਿਰਫ ਇੱਕ ਮਨ ਬਣਾਉਣਾ ਹੈਗਾ। ਜਦੋਂ ਤੁਹਾਡਾ ਮਨ ਬਣ ਗਿਆ ਸਮਝੋ ਤੁਹਾਡਾ ਭਾਰ ਘਟ ਗਿਆ ਜੀ। ਸੋ ਅੱਜ ਕੱਲ ਸੀਜ਼ਨ ਚੱਲ ਰਿਹਾ ਹੈ ਕਿ ਹਰ ਕਿਤੇ ਸੇਲ ਲੱਗੀ ਹੋਈ ਹੈ, ਹਰ ਕੋਈ ਚਾਹੁੰਦਾ ਹੈ ਕਿ ਸਾਨੂੰ ਕਿਤੇ ਨਾ ਕਿਤੋਂ ਨਾ ਸੇਲ ਦੇ ਰੂਪ 'ਚ ਜਾਂ ਫਿਰ ਕੋਈ ਗਿਫਟ ਦੇ ਰੂਪ 'ਚ ਕੋਈ ਚੀਜ਼ ਮਿਲਣੀ ਚਾਹੀਦੀ ਹੈ। ਤੁਸੀਂ ਆਪਣੇ ਪ੍ਰੋਡਕਟ ਦੇ ਨਾਲ ਸੇਲ ਨੂੰ ਕਿਵੇਂ ਲੈਂਦੇ ਹੋ? ਦੇਖੋ, ਜਿਹੜੀ ਸੇਲ ਮੋਸਟਲੀ ਜਿਹੜੀ ਕੱਪੜਿਆਂ ਦੀ ਲੱਗਦੀ ਹੈ ਉਹ ਤਾਂ ਉਹਨਾਂ ਨੇ ਆਪਣਾ ਸਟਾਕ ਕੱਢਣਾ ਹੁੰਦਾ ਹੈਗਾ, ਪਰ ਅਸੀਂ ਬਾਡੀ ਨੂੰ ਵੈਲਨੈਸ ਦੇਣੀ ਹੈਗੀ ਆ। ਅਸੀਂ ਇਹਦੇ ਵਾਸਤੇ ਇੱਕ ਟੰਮੀ ਟੱਕ ਜਿਹੜੀ ਕਰੀਮ ਦਿੰਦੇ ਹੈਗੇ ਆ, ਜਿਹਦੇ ਅਪਲਾਈ ਕਰਨ ਦੇ ਨਾਲ ਪੇਟ ਵੀ ਘਟਦਾ ਹੈਗਾ ਆ। ਕਈ ਲੋਕ ਮੈਡੀਸਿਨ ਨਹੀਂ ਵੀ ਖਾਣਾ ਚਾਹੁੰਦੇ ਹੈਗੇ ਜਾਂ ਥੋੜ੍ਹਾ ਬਹੁਤਾ ਹੁੰਦਾ ਉਹਨਾਂ ਦਾ ਪੇਟ ਘਟ ਜਾਂਦਾ ਹੈਗਾ, ਸਵੈਲਿੰਗ, ਸੋਜ, ਹਲਕਾ ਮੁਲਕਾ ਜਿਹੜਾ ਪੇਟ ਵਧਿਆ ਹੁੰਦਾ ਉਹ ਘਟ ਜਾਂਦਾ ਹੈਗਾ। ਆਪਣਾ ਜੋ ਸਾਡਾ ਪ੍ਰੋਡਕਟ 1 ਮਹੀਨੇ ਦਾ ਲੈਂਦਾ ਹੈਗਾ ਉਹਦੇ ਨਾਲ ਅਸੀਂ ਜੈਲ ਬਿਲਕੁਲ ਫ੍ਰੀ ਦਿੰਦੇ ਹੈਗੇ। ਹੋਮ ਡਿਲੀਵਰੀ ਦਾ ਅਸੀਂ ਕੋਈ ਚਾਰਜਸ ਨਹੀਂ ਲੈਂਦੇ ਹੈਗੇ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਹਲਕਾ ਜਿਹਾ ਪੇਟ ਵਧਣ ਲੱਗਦਾ ਨਾ, ਸਾਨੂੰ ਉਦੋਂ ਹੀ ਇਹਦਾ ਹੱਲ ਕਰ ਲੈਣਾ ਚਾਹੀਦਾ ਹੈਗਾ ਜੀ। ਸਭ ਤੋਂ ਪਹਿਲਾਂ ਸਾਡਾ ਪੇਟ ਵੱਧਦਾ ਹੈਗਾ, ਫਿਰ ਸਾਡੇ ਜਿਹੜੇ ਥਾਈਜ਼ ਵੱਧਦੇ ਹੈਗਾ, ਫਿਰ ਹਿੱਪ ਵੱਧਦੀ ਹੈਗੀ ਆ, ਫਿਰ ਆ ਜਿਹੜੇ ਡਬਲ ਚਿਨ ਹੋਣੀ ਸ਼ੁਰੂ ਹੋ ਜਾਂਦੀ ਆ, ਸਾਡੀ ਬੈਕ ਵਧਣੀ ਸ਼ੁਰੂ ਹੋ ਜਾਂਦੀ ਆ। ਪਰ ਜਦੋਂ ਮੋਟਾਪਾ ਘਟਣਾ ਹੈਗਾ ਨਾ, ਸਭ ਤੋਂ ਪਹਿਲਾਂ ਕੀ ਘਟੇਗਾ? ਸਭ ਤੋਂ ਪਹਿਲਾਂ ਫੇਸ ਘਟਣਾ ਹੈਗਾ, ਫਿਰ ਜਾ ਕੇ ਤੁਹਾਡੇ ਥਾਈਜ਼ ਨੂੰ ਫਰਕ ਪੈਣਾ ਸ਼ੁਰੂ ਹੋਣਾ, ਫਿਰ ਹਿੱਪ ਨੂੰ ਫਰਕ ਪੈਣਾ ਹੈਗਾ, ਫਿਰ ਜਾ ਕੇ ਪੇਟ ਤੇ ਫਰਕ ਪੈਣਾ ਹੈਗਾ। ਲੋਕ ਸ਼ਾਰਟਕਟ ਅਪਣਾਉਣਾ ਚਾਹੁੰਦੇ ਹੈਗੇ ਆ। ਸ਼ਾਰਟਕਟ ਬਾਕੀ ਚੀਜ਼ਾਂ 'ਚ ਹੋ ਸਕਦਾ ਹੈਗਾ, ਹੈਲਥ ਨਾਲ ਕੋਈ ਖਿਲਵਾੜ ਨਹੀਂ ਜੀ। ਕਦੀ ਵੀ ਸ਼ਾਰਟਕਟ ਨਹੀਂ ਬਣਾਉਣਾ ਭਾਰ ਘਟਾਉਣ ਵਾਸਤੇ। ਇਹ ਨਹੀਂ ਹੈਗਾ ਵੀ ਤੁਸੀਂ ਅੱਜ ਦਵਾਈ ਖਾਧੀ ਤਾਂ ਰਾਤੋਂ ਰਾਤ ਹੀ ਤੁਸੀਂ ਪਤਲੇ ਹੋ ਜਾਓਗੇ, ਇੱਦਾਂ ਤਾਂ ਹੋਣਾ ਹੀ ਨਹੀਂ ਹੈਗਾ। ਗਲਤ ਚੀਜ਼ ਲਾਓਗੇ, ਬੈੱਡ ਤੇ ਪੈ ਜਾਓਗੇ, ਨੁਕਸਾਨ ਵੀ ਹੋ ਸਕਦਾ, ਮੌਤ ਵੀ ਹੋ ਸਕਦੀ ਹੈਗੀ ਆ ਜੀ। ਸੋ ਇਹ ਜਿਹੜੀ ਕਿੱਟ ਤੁਸੀਂ ਦਿੰਦੇ ਹੋ, ਇਹ ਮਤਲਬ ਕਿੰਨਾ ਟਾਈਮ ਖਾਣੀ ਪਏਗੀ, ਇਹਦਾ ਕੀ ਪ੍ਰੋਸੀਜਰ ਹੈ? ਦੇਖੋ, ਹਰ ਇੱਕ ਨੂੰ ਇੱਕੋ ਟਾਈਮ ਪੀਰੀਅਡ ਵਿੱਚ ਨਹੀਂ ਮੈਡੀਸਿਨ ਖਾਣੀ ਹੁੰਦੀ ਜਿਹੜੀ ਸਾਡੀ ਕਿੱਟ ਲੈਣੀ ਹੁੰਦੀ ਹੈਗੀ। ਜੇ ਕਿਸੇ ਨੇ ਮੰਨ ਲਓ 8 ਜਾਂ 10 ਕਿਲੋ ਭਾਰ ਘਟਾਉਣਾ ਹੈਗਾ, 1.5 ਜਾਂ 2 ਮਹੀਨੇ ਖਾਣੇ ਪਏਗੀ। ਜਿੰਨਾ ਭਾਰ ਘਟਾਉਣਾ ਅਸੀਂ ਉਹਦੇ ਹਿਸਾਬ ਨਾਲ ਉਹਨੂੰ ਟ੍ਰੀਟਮੈਂਟ ਦਿੰਦੇ ਹੈਗੇ ਆ। ਜਦੋਂ ਕਿਸੇ ਨੂੰ ਲੱਗਦਾ ਵੀ ਮੇਰੀ ਹੁਣ ਬਾਡੀ ਠੀਕ ਆ, ਮੈਂ ਮੈਡੀਸਿਨ ਛੱਡਣੀ ਹੈ, ਤਾਂ ਉਹ ਛੱਡ ਸਕਦੇ ਹੈਗੇ ਆ। ਬਾਅਦ ਵਿੱਚ ਉਹਨਾਂ ਨੂੰ ਕਿੱਦਾਂ ਦੀ ਚੀਜ਼ ਨੂੰ ਫੋਲੋ ਕਰਨਾ ਚਾਹੀਦਾ, ਕਿੰਨੀ ਕੈਲੋਰੀਜ਼ ਦੀ ਲਿਮਿਟ ਵਿੱਚ ਰਹਿਣਾ ਚਾਹੀਦਾ, ਉਹਦੇ ਹਿਸਾਬ ਨਾਲ ਅਸੀਂ ਗਾਈਡ ਕਰ ਦਿੰਦੇ ਹਾਂ। ਜਦੋਂ ਅਵੇਅਰਨੈਸ ਹੋ ਜਾਂਦੀ ਹੈਗੀ ਵੀ ਮੈਨੂੰ ਇੱਦਾਂ ਦੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹੈਗੀਆਂ, ਫਿਰ ਦੁਬਾਰਾ ਮੋਟਾਪਾ ਨਹੀਂ ਆਉਂਦਾ। ਬਹੁਤੇ ਲੋਕਾਂ ਦਾ ਇਹੀ ਕੁਐਸਚਨ ਹੁੰਦਾ ਵੀ ਮੈਨੂੰ ਭਾਰ ਜਿਹੜਾ ਮੇਰਾ ਦੁਬਾਰਾ ਤਾਂ ਨਹੀਂ ਹੋਵੇਗਾ। ਦੇਖੋ, ਭਾਰ ਦੁਬਾਰਾ ਅਸੀਂ ਤਾਂ ਪਾਉਣਾ ਨਹੀਂ, ਕਿੱਥੋਂ ਭਾਰ ਦੁਬਾਰਾ ਹੋ ਜਾਊਗਾ? ਜੇ ਤੁਹਾਡੇ ਵਿੱਚ ਭਾਰ ਦੁਆਰਾ ਵੱਧ ਰਿਹਾ ਹੈਗਾ ਨਾ, ਉਹ ਤੁਹਾਡੀਆਂ ਗਲਤੀਆਂ ਨਾਲ ਵਧਣਾ ਹੈਗਾ ਜੀ। ਜੇ ਅਸੀਂ ਆਪਣੀਆਂ ਗਲਤੀਆਂ ਅਸੀਂ ਕਰੀਏ ਹੀ ਨਾ, ਅਸੀਂ ਆਪਣੀ ਡਾਈਟ ਨੂੰ ਸਹੀ ਕਰ ਲਈਏ, ਆਪਣੀ ਡਾਈਟ ਨੂੰ ਡਿਸਿਪਲਿਨ ਕਰ ਲਈਏ, ਬੈਲੈਂਸ ਕਰ ਲਈਏ, ਆਪਣਾ ਖਾਣ ਪੀਣ ਤੇ ਸੌਣ ਦਾ ਟਾਈਮ ਟੇਬਲ ਹੋ ਜਾਏ, ਤਾਂ ਅਸੀਂ ਫਿੱਟ ਰਹਿ ਸਕਦੇ ਹੈਗੇ ਆ। ਇਹ ਤਾਂ ਅਸੀਂ ਦੇਖਣਾ ਹੈਗਾ ਨਾ, ਅਸੀਂ ਅਵੇਅਰ ਹੋਣਾ ਹੈਗਾ ਆ। ਕਈ ਵਾਰੀ ਕੀ ਹੁੰਦਾ ਵੀ ਲੋਕ ਬਾਜ਼ਾਰ 'ਚੋਂ ਪ੍ਰੋਡਕਟ ਲੈ ਲੈਂਦੇ ਹੈਗੇ ਆ, ਉਹਦੇ ਨਾਲ ਕੀ ਜ਼ਬਰਦਸਤੀ ਥੋੜ੍ਹੀ ਬਹੁਤੀ ਭੁੱਖ ਘਟ ਜਾਂਦੀ ਹੈਗੀ ਆ, ਥੋੜ੍ਹਾ ਬਹੁਤਾ ਬੰਦਾ ਹਲਕਾ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਫਿਰ ਭੁੱਖ ਵੱਧਦੀ ਆ ਫਿਰ ਮੋਟੇ ਹੋ ਜਾਂਦੇ ਹੈਗੇ ਆ। ਅਸੀਂ ਬਾਡੀ ਦੇ ਵਿੱਚੋਂ ਜਿਹੜੇ ਫੈਟ ਸੈੱਲ ਹੈਗੇ ਉਹ ਘਟਾਉਂਦੇ ਹੈਗੇ ਆ। ਜਿਹੜੇ ਸਾਡਾ ਟ੍ਰੀਟਮੈਂਟ ਲੈਂਦਾ ਹੈਗਾ, ਜਿਹੜਾ ਪਤਲਾ ਹੋ ਜਾਂਦਾ ਹੈਗਾ ਉਹ ਪਤਲਾ ਹੀ ਰਹਿੰਦਾ ਹੈਗਾ ਆ। ਕਈ ਲੋਕ ਜਿੰਮ ਵਿੱਚ ਜਾਂਦੇ ਹੈਗੇ ਆ, ਜਿੰਮ ਵਿੱਚ ਜਾਣ ਨਾਲ ਉਹਨਾਂ ਦਾ ਜਿਹੜਾ ਮਸਲ ਲਾਸ ਹੋ ਜਾਂਦੇ ਹੈਗੇ ਆ, ਮਸਲ ਦਾ ਭਾਰ ਘਟ ਜਾਂਦਾ ਹੈਗਾ। ਜਦੋਂ ਫਿਰ ਜਿੰਮ ਛੱਡ ਦਿੰਦੇ ਹੈਗੇ ਆ ਉਦੋਂ ਫਿਰ ਵੱਧ ਜਾਂਦਾ ਹੈਗਾ। ਇਸ ਕਰਕੇ ਕਿਸੇ ਵੀ ਚੀਜ਼ 'ਤੇ ਡਿਪੈਂਡ ਨਹੀਂ ਰਹਿਣਾ ਹੈਗਾ। ਅਸੀਂ ਆਪਣੀ ਡਾਈਟ ਨੂੰ ਕੰਟਰੋਲ ਕਰਕੇ ਫਿੱਟ ਰਹਿ ਸਕਦੇ ਹੈਗੇ ਆ ਜੀ। ਸੋ ਕਈਆਂ ਦੇ ਦਿਮਾਗ ਦੇ ਵਿੱਚ ਇਹ ਵੀ ਕੁਐਸਚਨ ਹੁੰਦਾ ਆ ਕਿ ਅਸੀਂ ਇਹ ਕਿੱਟ ਤਾਂ ਲੈ ਲਵਾਂਗੇ, ਪਰ ਇਹਦਾ ਸਾਡੇ ਭਾਰ ਤਾਂ ਘਟ ਜੂਗਾ, ਅਸੀਂ ਪਤਲੇ ਹੋ ਜਾਵਾਂਗੇ, ਕਿਤੇ ਕੋਈ ਹੋਰ ਪ੍ਰੋਬਲਮ ਨਾ ਆ ਜਾਏ, ਇੰਜ ਵੀ ਹੈਗਾ ਕੁਝ? ਦੇਖੋ, ਸਾਡਾ ਜਿਹੜਾ ਪ੍ਰੋਡਕਟ ਹੈਗਾ ਨਾ, ਜਦੋਂ ਅਸੀਂ ਡਾਈਟ ਪਲਾਨ ਨਾਲ ਦਿੰਦੇ ਹੈਗੇ ਆ, ਇੱਕ ਤਾਂ ਉਹਨਾਂ ਦੀ ਜਿਹੜੀ ਸ਼ੂਗਰ ਹੈਗੀ ਉਹ ਵੈਸੇ ਹੀ ਕੰਟਰੋਲ ਹੋ ਜਾਂਦੀ ਹੈ। ਕਿਸੇ ਨੂੰ ਬਲੱਡ ਪ੍ਰੈਸ਼ਰ ਵੱਧਦਾ ਹੈਗਾ ਉਹ ਵੀ ਕੰਟਰੋਲ ਹੋ ਜਾਂਦਾ ਹੈਗਾ, ਇਹਦਾ ਕੋਈ ਸਾਈਡ ਇਫੈਕਟ ਨਹੀਂ ਜੀ। ਪੇਟ ਠੀਕ ਹੋ ਜਾਂਦਾ ਹੈਗਾ, ਕਈਆਂ ਨੂੰ ਕਬਜ਼ ਦੀ ਪ੍ਰੋਬਲਮ ਹੈਗੀ ਉਹ ਠੀਕ ਹੋ ਜਾਂਦੀ ਆ, ਕਈਆਂ ਨੂੰ ਗੈਸ ਬਣਦੀ ਹੈਗੀ ਉਹ ਠੀਕ ਹੋ ਜਾਂਦੀ ਹੈਗੀ ਆ। ਕਈ ਉਹਨਾਂ ਦੇ ਇੱਦਾਂ ਕੀ ਹੈ ਵੀ ਉਹਨਾਂ ਦੀ ਐਨਰਜੀ ਲੈਵਲ ਵੱਧ ਜਾਂਦਾ ਹੈਗਾ ਜੀ। ਸਾਡੇ ਜਿਹੜਾ ਪ੍ਰੋਡਕਟ ਉਹਦਾ ਫਾਇਦਾ ਹੁੰਦਾ, ਨੁਕਸਾਨ ਨਹੀਂ ਹੁੰਦਾ। ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈਗੀ। ਕਈ ਵਾਰੀ ਹਾਂ ਹੁੰਦਾ ਹੈਗਾ ਲੜਕੀਆਂ ਨੂੰ ਵੀ ਮੈਂ ਕਨਸੀਵ ਕਰ ਸਕਦੀ ਜਾਂ ਨਹੀਂ ਕਰ ਸਕਦੀ, ਕੋਈ ਮੈਨੂੰ ਪ੍ਰੋਬਲਮ ਤਾਂ ਨਹੀਂ ਆਏਗੀ, ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਸਾਡਾ ਬਿਲਕੁਲ ਆਯੁਰਵੈਦਿਕ ਪ੍ਰੋਡਕਟ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਸੋ ਜਦੋਂ ਇਹ ਅਸੀਂ ਡਾਈਟ ਐਂਡ ਫਿਟ ਦੀ ਕਿੱਟ ਨੂੰ ਯੂਜ਼ ਕਰਨਾ, ਉਹਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ? ਦੇਖੋ, ਅਸੀਂ ਆਪਣੇ ਕੋਲੋਂ ਡਾਈਟ ਪਲਾਨ ਦਿੰਦੇ ਹੈਗੇ ਆ, ਉਸ ਡਾਈਟ ਪਲਾਨ ਨੂੰ ਹੀ ਫੋਲੋ ਕਰਨਾ ਹੈਗਾ, ਬਾਕੀ ਚੀਜ਼ਾਂ ਛੱਡ ਦੇਣੀਆਂ ਹੈਗੀਆਂ। ਘਰ ਵਿੱਚ ਜੋ ਅਸੀਂ ਖਾਂਦੇ ਹਾਂ, ਦਾਲ ਸਬਜ਼ੀ ਫਲ ਫਰੂਟ, ਉਹ ਅਸੀਂ ਉਹਨੂੰ ਇੱਕ ਬੈਲੈਂਸ ਕੀਤਾ ਹੁੰਦਾ ਵੀ ਸਵੇਰੇ ਦੁਪਹਿਰੇ ਸ਼ਾਮਾਂ ਰਾਤ ਨੂੰ ਕੀ ਖਾਣਾ ਹੈਗਾ ਆ, ਉਹਦੇ ਹਿਸਾਬ ਨਾਲ ਬਸ ਚੱਲਣਾ। ਜੋ ਅਸੀਂ ਡੇਲੀ ਖਾਂਦੇ ਹਾਂ ਉਹੀ ਚੀਜ਼ਾਂ ਹੁੰਦੀਆਂ ਹੈਗੀਆਂ, ਸਿਰਫ ਉਹਨਾਂ ਨੂੰ ਇੱਕ ਤਰਤੀਬ ਦਿੱਤੀ ਹੋਈ ਹੈਗੀ ਆ।
ਬਸ ਉਸ ਚੀਜ਼ ਨੂੰ ਫੋਲੋ ਕਰਨਾ ਤੇ ਭਾਰ ਘਟਣਾ ਸ਼ੁਰੂ ਹੋ ਜਾਏਗਾ। ਕਈਆਂ ਨੂੰ ਇਹ ਹੁੰਦਾ ਹੈ ਕਿ ਮੇਰੀ ਲੁੱਕ ਸੋਹਣੀ ਨਹੀਂ ਲੱਗ ਰਹੀ ਕਿਉਂਕਿ ਮੇਰੇ ਫੇਸ ਜਿਹੜਾ ਹੈ ਉਹ ਡਬਲ ਚਿਨ ਹੈਗੀ ਹੈ। ਸੋ ਮੇਰਾ ਫੇਸ ਡਬਲ ਚਿਨ ਵੀ ਹੈਗੀ ਹੈ, ਮੇਰੇ ਥਾਈਜ਼ ਹੈਵੀ ਨੇ, ਸੋ ਮੈਂ ਜੇ ਕੋਈ ਵੀ ਵੈਸਟਰਨ ਡਰੈਸ ਪਾਉਣੀ ਹੈ ਤਾਂ ਮੈਨੂੰ ਨਾ ਸੋਹਣਾ ਨਹੀਂ ਲੱਗਣਾ। ਉਹਦੇ ਵਾਸਤੇ ਕਿੱਟ ਕਿੰਨੀ ਕੁ ਜ਼ਿਆਦਾ ਲਾਹੇਵੰਦ ਆ? ਜੇ ਕਿਸੇ ਦੀ ਡਬਲ ਚਿਨ ਹੈਗੀ ਆ, ਥਾਈਜ਼ ਵਧੇ ਹੋਏ ਹੈਗੇ ਆ, ਹਿਪ ਵਧੀ ਹੋਈ ਹੈਗੀ ਆ, ਬਿਲਕੁਲ ਘਟਾਏ ਜਾ ਸਕਦੇ ਹੈਗੇ ਆ। ਜੇ ਜਾਣੇ ਅਣਜਾਣੇ ਵਿੱਚ ਸਾਨੂੰ ਮੋਟਾਪਾ ਆ ਗਿਆ ਨਾ ਤਾਂ ਇਹ ਘਟਾਇਆ ਜਾ ਸਕਦਾ ਹੈਗਾ ਆ। ਮੇਦ ਰੋਗ ਵੀ ਠੀਕ ਹੋ ਜਾਂਦਾ ਹੈਗਾ। ਬਾਡੀ ਦੇ ਕੁਝ ਪਾਰਟਸ ਨੂੰ ਜੇ ਤੁਸੀਂ ਘਟਾਉਣਾ ਚਾਹੁੰਦੇ ਹੋਗੇ ਬਿਲਕੁਲ ਘਟਾਇਆ ਜਾ ਸਕਦਾ ਹੈਗਾ ਆ। ਅਸੀਂ ਤੁਹਾਡੀ ਲੋੜ ਦੇ ਹਿਸਾਬ ਨਾਲ ਟਰੀਟਮੈਂਟ ਦਿੰਦੇ ਹੈਗੇ ਆ। ਤੁਹਾਡੀ ਲੋੜ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਦਵਾਈ ਦੇਵਾਂਗੇ, ਤਾਂ ਲੋੜ ਦੇ ਹਿਸਾਬ ਨਾਲ ਤੁਹਾਨੂੰ ਐਕਸਰਸਾਈਜ਼ ਵੀ ਦੱਸਾਂਗੇ ਤੁਸੀਂ ਕੀ ਕਰਨਾ ਹੈਗਾ ਆ। ਇਸ ਕਰਕੇ ਤੁਸੀਂ ਬੇਫਿਕਰ ਹੋ। ਤੁਸੀਂ ਆਪਣੀ ਬਾਡੀ ਨੂੰ ਜੇ ਰੀਸ਼ੇਪ ਕਰਨਾ ਚਾਹੁੰਦੇ ਹੋਗੇ ਤਾਂ ਬਿਲਕੁਲ ਤੁਸੀਂ ਰੀਸ਼ੇਪ ਹੋ ਜਾਓਗੇ। ਜਿੱਦਾਂ ਦੀ ਤੁਸੀਂ ਆਪਣੇ ਆਪ ਨੂੰ ਜਿਸ ਸਾਂਚੇ ਵਿੱਚ ਢਾਲਣਾ ਚਾਹੁੰਦੇ ਹੋਗੇ ਉਹ ਬਿਲਕੁਲ ਢਾਲਿਆ ਜਾ ਸਕਦਾ ਹੈਗਾ। ਬਿਲਕੁਲ ਸਲਿਮ ਐਂਡ ਟ੍ਰਿਮ ਤੁਸੀਂ ਹੋ ਸਕਦੇ ਹੋ। ਸਿਰਫ ਇੱਕ ਜ਼ਰੂਰਤ ਹੈਗੀ ਆਪਣੇ ਆਪ ਵਿੱਚ ਸੈਲਫ ਕਾਨਫੀਡੈਂਸ ਪੈਦਾ ਕਰਨ ਦੀ। ਜੇ ਤੁਹਾਡੇ ਵਿੱਚ ਉਹ ਨਹੀਂ ਹੋ ਰਿਹਾ ਤਾਂ ਅਸੀਂ ਇਸੇ ਕੰਮ ਲਈ ਬੈਠੇ ਹਾਂ। ਅਸੀਂ ਤੁਹਾਨੂੰ ਗਾਈਡ ਕਰਾਂਗੇ। ਅਸੀਂ ਤੁਹਾਨੂੰ ਜੇ ਬੈਸਟ ਜੋ ਵੀ ਟਰੀਟਮੈਂਟ ਹੋ ਸਕਦਾ ਉਹ ਅਸੀਂ ਤੁਹਾਨੂੰ ਬੈਸਟ ਟਰੀਟਮੈਂਟ ਦੇਵਾਂਗੇ ਜੀ। ਸੋ ਜਿਵੇਂ ਮੋਟਾਪਾ ਆ ਜਾਂਦਾ ਉਸਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਬੰਦਾ? ਦੇਖੋ, ਮੋਟਾਪੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਹੈਗੀਆਂ। ਕਿਸੇ ਨੂੰ ਦੇਖੋ ਇੰਪੋਟੈਂਸੀ ਤੱਕ ਹੋ ਜਾਂਦੀ ਹੈਗੀ ਆ, ਸ਼ੂਗਰ ਪ੍ਰੋਬਲਮ ਹੋ ਜਾਂਦੀ ਹੈਗੀ ਆ, ਗੁਰਦਿਆਂ ਦੀ ਪ੍ਰੋਬਲਮ ਹੋ ਜਾਂਦੀ ਆ, ਹਾਰਟ ਦੀ ਪ੍ਰੋਬਲਮ ਹੋ ਜਾਂਦੀ, ਗੁਰਦੇ ਤੇ ਹਾਰਟ ਫੇਲ ਹੋ ਸਕਦੇ ਹੈਗੇ ਆ, ਸਾਹ ਚੜ੍ਹਨ ਦੀ ਪ੍ਰੋਬਲਮ ਹੋ ਸਕਦੀ ਹੈਗੀ ਆ, ਪ੍ਰੋਸਟੇਟ ਕੈਂਸਰ ਹੋ ਸਕਦਾ ਹੈਗਾ ਆ। ਦੂਜਾ ਇਹਦੇ ਨਾਲ ਹੋਰ ਵੀ ਛੋਟੀਆਂ-ਮੋਟੀਆਂ ਬਹੁਤ ਸਾਰੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਅਸੀਂ ਕੀ ਕਰਨਾ ਹੈਗਾ? ਅਸੀਂ ਸਿਰਫ ਆਪਣੇ ਆਪ ਡਾਈਟ ਨੂੰ ਸਹੀ ਕਰਨਾ, ਆਪਣੇ ਆਪ ਨੂੰ ਫਿੱਟ ਹੀ ਕਰਨਾ ਹੈਗਾ। ਬਿਮਾਰੀਆਂ ਤਾਂ ਵੈਸੇ ਵੀ ਨਹੀਂ ਆਉਣੀਆਂ ਤੁਹਾਡੇ ਕੋਲ ਜੀ। ਜਿੱਦਾਂ ਕੋਈ ਚੀਜ਼ ਹੈਗੀ, ਲੋਹੇ ਦੀ ਚੀਜ਼ ਆ, ਜੇ ਪਈ ਹੋਈ ਹੈ ਤਾਂ ਹੌਲੀ ਹੌਲੀ ਉਹਨੂੰ ਜੰਗ ਲੱਗ ਜਾਵੇਗਾ। ਬਿਲਕੁਲ ਅਸੀਂ ਇੰਨੇ ਕੁ ਕੰਫਰਟ ਜ਼ੋਨ ਵਿੱਚ ਆ ਗਏ ਹਾਂ ਕਿ ਅਸੀਂ ਆਪਣੇ ਆਪ ਨੂੰ ਇੰਨਾ ਕੁ ਰਿਲੈਕਸ ਕਰ ਲਿਆ ਹੋਇਆ ਹੈਗਾ ਕਿ ਸਾਡੇ ਸਰੀਰ ਨੂੰ ਉਹ ਜਿੱਦਾਂ ਲੋਹੇ ਨੂੰ ਜੰਗ ਖਾਂਦਾ ਨਾ, ਅਤੇ ਸਾਡੇ ਜਿੱਦਾਂ ਯੂਰਿਕ ਐਸਿਡ ਖਾਈ ਜਾਂਦਾ ਹੈਗਾ, ਘੋਣ ਵਾਂਗੂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਗਈਆਂ ਹੈਗੀਆਂ, ਜਿਹਦੇ ਕਰਕੇ ਅਸੀਂ ਕੋਈ ਕੰਮ ਕਰਨ ਨੂੰ ਸਾਡਾ ਦਿਲ ਨਹੀਂ ਕਰਦਾ ਹੈਗਾ, ਬੜੇ ਲੇਜ਼ੀ ਹੋ ਗਏ ਹੈਗੇ ਆ, ਕੋਈ ਫਿਜ਼ੀਕਲੀ ਐਕਟੀਵਿਟੀ ਨਹੀਂ ਹੈਗੀ, ਜਿਸ ਕਰਕੇ ਸਾਨੂੰ ਮੋਟਾਪਾ ਆ ਰਿਹਾ ਤਾਂ ਸਾਡੀ ਉਮਰ ਵੀ ਘਟ ਰਹੀ ਹੈਗੀ ਆ। ਪਤਾ ਨਹੀਂ ਕਿਹੜੇ ਵੇਲੇ ਕੋਈ ਹਾਰਟ ਦਾ ਅਟੈਕ ਆ ਜਾਵੇ ਜਾਂ ਕੋਈ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਜਾਵੇ। ਅਸੀਂ ਬਹੁਤ ਲੰਮੀ ਜੀਵਨ ਜੀਣਾ ਹੈਗਾ। ਜ਼ਿੰਦਗੀ ਸਾਨੂੰ ਇੱਕ ਵਾਰ ਮਿਲੀ, ਵਾਰ-ਵਾਰ ਤਾਂ ਮਿਲਣੀ ਨਹੀਂ ਹੈਗੀ ਨਾ। ਜਿੰਨੀ ਹੈਗੀ ਆ ਹਰ ਦਿਨ ਨੂੰ ਅਸੀਂ ਜੀਣਾ ਹੈਗਾ ਆ। ਉਹ ਤਾਂ ਹੀ ਹੋਣਾ ਆ ਜਦੋਂ ਤੁਹਾਨੂੰ ਲੱਗੂਗਾ ਵੀ ਮੈਂ ਬਿਲਕੁਲ ਫਿੱਟ ਹੈਗਾ। ਜੇ ਤੁਸੀਂ ਫਿੱਟ ਹੋਗੇ ਤੁਹਾਡੇ ਵਿੱਚ ਕਾਨਫੀਡੈਂਸ ਲੈਵਲ ਜਿਹੜਾ ਬਹੁਤ ਜ਼ਿਆਦਾ ਵੱਧ ਜਾਊਗਾ। ਬੰਦਾ ਵੈਸੇ ਹੀ ਬੜਾ ਐਕਟਿਵ ਹੋ ਜਾਂਦਾ ਹੈਗਾ। ਤੁਹਾਨੂੰ ਸ਼ਾਇਦ ਪਤਾ ਹੋਵੇ ਜਿਹੜੇ ਬੰਦੇ ਐਕਟਿਵ ਹੁੰਦੇ ਨਾ ਸਕਸੈਸ ਵੀ ਉਹੀ ਹੁੰਦੇ ਹੈਗੇ ਆ। ਜਿਹੜੇ ਦੂਜੇ ਹੁੰਦੇ ਕਈ ਵਾਰੀ ਉਹਨਾਂ ਵਿੱਚ ਹੀਣ ਭਾਵਨਾ ਆ ਜਾਂਦੀ ਹੈਗੀ ਆ, ਜਾਂ ਕਈ ਵਾਰੀ ਕੀ ਹੁੰਦਾ ਹੈਗਾ ਵੀ ਜੇ ਲੜਕੀ ਹੈਗੀਆਂ ਬੜੀਆਂ ਪੜ੍ਹੀਆਂ ਲਿਖੀਆਂ ਹੈਗੀਆਂ, ਉਹ ਜੇ ਕਿਤੇ ਕੰਮ 'ਤੇ ਜਾਂਦੀਆਂ ਹੈਗੀਆਂ, ਜੇ ਉਹ ਮੋਟੀਆਂ ਹੈਗੀਆਂ ਉਹਨਾਂ ਨੂੰ ਜੋਬ ਨਹੀਂ ਮਿਲਦੀ ਹੈਗੀ। ਹਰ ਕੋਈ ਚਾਹੁੰਦਾ ਹੈਗਾ, ਅੱਜ ਕੱਲ੍ਹ ਕਾਰਪੋਰੇਟ ਦਾ ਜ਼ਮਾਨਾ ਹੈਗਾ, ਹਰ ਕੋਈ ਚਾਹੁੰਦਾ ਜਿਹੜਾ ਸਾਡਾ ਸਟਾਫ ਹੈਗਾ ਸੋਹਣਾ ਹੋਵੇ। ਅਤੇ ਸੋਹਣਾ ਦਿਖਣ ਵਾਸਤੇ ਦੇਖੋ, ਇੱਕ ਤਾਂ ਤੁਹਾਡੀ ਲਾਈਫ ਨੂੰ ਬਹੁਤ ਸਾਰੀਆਂ ਤੁਹਾਡੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਦਿੰਦਾ ਹੈਗਾ। ਦੂਜਾ ਤੁਸੀਂ ਫਿੱਟ ਰਹਿਣਾ ਹੈਗਾ। ਬਹੁਤੀਆਂ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਤੋਂ ਤੁਸੀਂ ਨਿਜਾਤ ਪਾ ਲੈਂਦੇ ਹੈਗੇ ਆ, ਅਤੇ ਤੁਸੀਂ ਫਖਰ ਨਾਲ ਆਪਣਾ ਜਿਹੜਾ ਜੀਵਨ ਜਿਉਂਦੇ ਹੈਗੇ ਆ ਅਤੇ ਲੰਮਾ ਜਿਉਂਦੇ ਹੋ। ਮੋਟਾਪੇ ਨੂੰ ਦੂਰ ਕਰਨ ਵਾਸਤੇ ਜਿਹੜੀ ਤੁਸੀਂ ਕਿੱਟ ਦਿੰਦੇ ਹੋ ਉਹ ਤਾਂ ਲਾਹੇਵੰਦ ਹੈਗੀ ਹੈ, ਪਰ ਇੱਕ ਵਾਲਾਂ ਦਾ ਵੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ, ਖਾਸ ਕਰਕੇ ਜੇ ਅਸੀਂ ਕੁੜੀਆਂ ਦੀ ਗੱਲ ਕਰੀਏ। ਗਰਲਜ਼ ਨੂੰ ਹੁੰਦਾ ਸਾਡੇ ਵਾਲ ਸੋਹਣੇ ਹੋਣੇ ਚਾਹੀਦੇ ਆ, ਸੰਘਣੇ ਹੋਣੇ ਚਾਹੀਦੇ ਆ, ਲੰਬੇ ਹੋਣੇ ਚਾਹੀਦੇ ਆ, ਸ਼ਾਈਨ ਕਰਦੇ ਹੋਣੇ ਚਾਹੀਦੇ ਆ, ਤਾਂ ਕਿ ਮੈਨੂੰ ਸਾਰੇ ਕਹਿਣ ਤੇਰੇ ਵਾਲ ਬੜੇ ਸੋਹਣੇ ਆ। ਸੋ ਵਾਲਾਂ ਵਾਸਤੇ ਕਿਹੋ ਜਿਹੀ ਤੁਸੀਂ ਜਿਹੜੀ ਕਿੱਟ ਦਿੰਦੇ ਹੋ ਉਹ ਕਿੰਨਾ ਕੁ ਜ਼ਿਆਦਾ ਅਸਰਦਾਰ ਹੁੰਦੀ ਹੈ ਤੇ ਕਿਵੇਂ ਦੀ ਹੈ? ਦੇਖੋ ਜੀ, ਕਿੱਟ ਦੇ ਵਿੱਚ ਅਸੀਂ ਸ਼ੈਂਪੂ ਵੀ ਦਿੰਦੇ ਹੈਗੇ ਆ, ਇਹਦੇ ਵਿੱਚ ਅਸੀਂ ਕੈਪਸੂਲ ਵੀ ਦਿੰਦੇ ਹੈਗੇ, ਬਾਇਓਟੀਨ ਵਾਲੇ ਹੁੰਦੇ ਹੈਗੇ ਆ, ਜਿਹੜੇ ਸਾਡੇ ਸਰੀਰ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਆ। ਨਾਲ ਅਸੀਂ ਸੀਰਮ ਦਿੰਦੇ ਹੈਗੇ ਆ, ਨਾਲ ਇੱਕ ਅਸੀਂ ਤੇਲ ਦਿੰਦੇ ਹੈਗੇ ਆ, ਜਿਹਦਾ ਪ੍ਰੋਪਰ ਇੱਕ ਸਾਡੇ ਵਾਲਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈਗੀ ਉਹ ਅਸੀਂ ਦਿੰਦੇ ਹੈਗੇ ਆ। ਇੱਕ ਆਯੁਰਵੈਦਿਕ ਐਸੀ ਚੀਜ਼ ਹੈਗੀ ਜਿਹਦੇ ਨਾਲ ਅਸੀਂ ਵਾਲਾਂ ਨੂੰ ਠੀਕ ਕਰ ਸਕਦੇ ਹੈਗੇ ਆ। ਮੈਂ ਦੇਖਿਆ ਹੈਗਾ ਬਹੁਤ ਜਿਹੜੇ ਕੁਝ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਵਾਲ ਜਿਹੜੇ ਝੜਨੇ ਸ਼ੁਰੂ ਹੋ ਗਏ ਹੈਗੇ ਆ। ਲੇਡੀਜ਼ ਦੇ ਵਿੱਚ ਖਾਸ ਕਰਕੇ ਵਾਲ ਝੜਨ ਦੇ ਬਹੁਤ ਸਾਰੇ ਕਾਰਨ ਹੈਗੇ ਆ, ਜਿੱਦਾਂ ਥਾਇਰਾਇਡ ਦੀ ਪ੍ਰੋਬਲਮ ਹੋ ਗਈ, ਹਾਰਮੋਨਲ ਚੇਂਜਸ ਹੋ ਗਈਆਂ, ਗਲਤ ਖਾਣ ਪੀਣ ਦੀਆਂ ਆਦਤਾਂ ਹੋ ਗਈਆਂ, ਕਈ ਵਾਰੀ ਮੈਡੀਕਲ ਕੰਡੀਸ਼ਨ ਵੀ ਹੁੰਦੀ ਹੈਗੀ ਆ। ਕਈ ਲੋਕ ਜਿੱਦਾਂ ਕੀਮੋਥੈਰੇਪੀ ਲੈਂਦੇ ਹੈਗੇ ਉਹਨਾਂ ਦੇ ਵੀ ਵਾਲ ਝੜਨੇ ਸ਼ੁਰੂ ਹੋ ਜਾਂਦੇ ਹੈਗੇ ਆ। ਕਈ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਆਪਣੇ ਵਾਲ ਆਪਣੇ ਸਿਰ ਦੇ ਉੱਤੇ ਪਤਾ ਕੀ ਕਰਦੇ ਹੈਗੇ ਆ, ਕੱਪੜੇ ਧੋਣ ਵਾਲਾ ਸਾਬਣ ਲਗਾਈ ਜਾਂਦੇ ਆ, ਦੂਜੇ ਸਾਬਣ ਲਗਾਈ ਜਾਂਦੇ ਆ। ਫਿਰ ਕੀ ਕਰਦੇ ਹੈਗੇ ਆ, ਉਹਦੇ ਵਾਸਤੇ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੰਦੇ ਹੈਗੇ। ਕੋਈ ਹੇਅਰ ਸਪਾ ਕਰਾਉਂਦੇ ਹੈਗੇ, ਕਈ ਕੈਰਾਟਿਨ ਦਾ ਟਰੀਟਮੈਂਟ ਲੈਂਦੇ ਹੈਗੇ ਆ, ਪਰ ਫਿਰ ਵੀ ਉਹਨਾਂ ਦੇ ਜਿਹੜੇ ਵਾਲ ਝੜਨੋਂ ਨਹੀਂ ਹਟਦੇ ਹੈਗੇ। ਵਾਲਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜਾ ਤੇਲ ਹੈਗਾ ਨਾ ਬਹੁਤ ਹੀ ਯੂਨੀਕ ਹੈਗਾ। ਜਿਹੜਾ ਸਾਡਾ ਤੇਲ ਹੈਗਾ ਆ ਉਹਦਾ ਜਿਹੜਾ ਮੇਨ ਬੇਸ ਹੈਗਾ ਉਹ ਹੈਗਾ ਕੋਕੋਨਟ ਆਇਲ। ਉਹਦੇ ਵਿੱਚ ਦੇਖੋ ਅਰੰਡੀ ਦਾ ਤੇਲ ਜਿਹੜਾ ਹੈਗਾ, ਕਲੌਂਜੀ ਦਾ ਤੇਲ, ਮੇਥੀ ਦਾ ਤੇਲ, ਜਿਹੜੇ ਨਿੰਮ ਹੈਗਾ ਆ ਉਹਦਾ ਐਕਸਟ੍ਰੈਕਟ ਹੈਗਾ, ਐਕਟਿਵ ਕੰਪਾਊਂਡ ਪਾਇਆ ਹੋਇਆ ਹੈਗਾ। ਦੂਜਾ ਜਿਹੜਾ ਹੈਗਾ ਸੂਰਜਮੁਖੀ ਦਾ ਤੇਲ ਹੈਗਾ, ਗੇਂਦੇ ਦੇ ਜਿਹੜੇ ਫੁੱਲ ਹੈਗੇ ਆ ਉਹਨਾਂ ਦਾ ਤੇਲ ਹੈਗਾ ਆ, ਸੰਤਰੇ ਦੇ ਜਿਹੜੇ ਛਿੱਲੜ ਹੈਗੇ ਆ ਉਹਨਾਂ ਦਾ ਤੇਲ ਹੈਗਾ ਆ, ਰੋਜ਼ਮੈਰੀ ਦਾ ਤੇਲ ਹੈਗਾ, ਅਤੇ ਸਾਵੈਰੀ ਜਿਹੜਾ ਆਮਲਾ ਹੁੰਦਾ ਹੈਗਾ ਨਾ ਉਹਦਾ ਵੀ ਜਿਹੜਾ ਐਕਟਿਵ ਕੰਪਾਊਂਡ ਪਾਇਆ ਹੋਇਆ ਹੈਗਾ ਆ।
ਇੰਨੀਆਂ ਵਧੀਆ ਚੀਜ਼ਾਂ ਹੈਗਾ, ਇੰਨੀ ਵਧੀਆ ਸਮੈਲ ਹੈਗੀ, ਜਦੋਂ ਲਗਾਉਂਦੇ ਹੈਗੇ ਨਾ ਸਾਡੇ ਵਾਲਾਂ ਨੂੰ ਨਿਊਟ੍ਰੀਸ਼ਨ ਮਿਲਦਾ ਹੈਗਾ। ਬਾਇਓਟਿਨ ਵਾਲਾ ਜਿਹੜਾ ਦੂਜਾ ਅਸੀਂ ਕੈਪਸੂਲ ਦਿੰਦੇ ਹੈਗੇ ਆ, ਉਹਦੇ ਨਾਲ ਇੰਟਰਨਲ ਜਿਹੜੇ ਸਾਡੇ ਜਿਹੜੇ ਹੈਗੇ ਆ, ਇੱਕ ਜਿਹੜੇ ਸਾਨੂੰ ਫੂਡ ਸਪਲੀਮੈਂਟ ਚਾਹੀਦਾ ਹੁੰਦਾ ਹੈਗਾ, ਵਿਟਾਮਿਨ ਮਿਨਰਲਸ ਚਾਹੀਦੇ ਹੁੰਦੇ, ਉਹਦੇ ਨਾਲ ਪੂਰੇ ਹੋ ਜਾਂਦੇ ਹੈਗੇ ਆ। ਜਿਹੜਾ ਅਸੀਂ ਸੀਰਮ ਦਿੰਦੇ ਹੈਗੇ ਆ, ਹਫ਼ਤੇ 'ਚ ਕਹਿੰਦੇ 2 ਵਾਰੀ ਲਗਾਓ, ਉਹ ਸਕਲਪ 'ਤੇ ਮਸਾਜ ਕਰਨੀ ਹੁੰਦੀ ਹੈਗੀ ਆ। ਉਸ ਤੋਂ ਬਾਅਦ ਤੁਸੀਂ ਦੇਖਿਓ ਤੁਹਾਡੇ ਜਿਹੜੇ ਵਾਲ ਝੜਦੇ ਆ ਉਹ ਬਿਲਕੁਲ ਝੜਨੋਂ ਹਟ ਜਾਣਗੇ, 2 ਮੂੰਹੇ ਵਾਲ ਠੀਕ ਹੋ ਜਾਂਦੇ ਹੈਗੇ ਆ। ਜਿਹੜੀ ਇਹ ਕਿੱਟ ਹੈਗੀ ਇਹਦੇ ਨਾਲ 1 ਹਫ਼ਤੇ ਦੇ ਵਿੱਚ ਪੂਰਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਆ। ਲੋਕ ਜਦੋਂ ਵਾਲ ਦੇਖਦੇ ਹੈਗੇ ਇੰਨੇ ਸ਼ਾਈਨਿੰਗ ਆ ਜਾਂਦੀ ਹੈਗੀ, ਇੰਨੇ ਸਮੂਥ ਹੋ ਜਾਂਦੇ, ਇੰਨੇ ਵਧੀਆ ਹੋ ਜਾਂਦੇ ਹੈਗੇ, ਫਿਰ ਲੋਕ ਵੀ ਤੁਹਾਨੂੰ ਪੁੱਛਣਾ ਸ਼ੁਰੂ ਕਰ ਦੇਣਗੇ ਕਿੱਥੋਂ ਤੁਸੀਂ ਕਿਹੜੇ ਚੀਜ਼ ਵਰਤੀ ਹੈਗੀ ਆ। ਸਾਨੂੰ ਪਤਾ ਸਾਡਾ ਜਿਹੜਾ ਪ੍ਰੋਡਕਟ ਬੜਾ ਦਮਦਾਰ ਹੈਗਾ, ਇੱਕ ਵਾਰੀ ਇਹਨੂੰ ਅਪਲਾਈ ਕਰਕੇ ਦੇਖੋ, ਕੋਈ ਕੈਰਾਟਿਨ ਟ੍ਰੀਟਮੈਂਟ ਦੀ ਲੋੜ ਨਹੀਂ ਹੈਗੀ। ਜਿਨ੍ਹਾਂ ਨੇ ਲੈ ਲਿਆ, ਜਿਹੜੇ ਨਿਰਾਸ਼ ਹੋ ਗਏ, ਜਿਹਨਾਂ ਨੂੰ ਲੱਗਦਾ ਵੀ ਮੇਰੇ ਵਾਲ ਠੀਕ ਨਹੀਂ ਹੋ ਸਕਦੇ, ਉਹ ਬਿਲਕੁਲ ਬੇਫਿਕਰ ਰਹਿਣ, ਇੱਕ ਵਾਰੀ ਸਿਰਫ ਸਾਡੇ ਤੇ ਵਿਸ਼ਵਾਸ ਕਰਕੇ ਦੇਖਣ। ਸੋ ਮੈਨੂੰ ਲੱਗਦਾ ਹੈ ਕਿ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ। ਹੁਣ ਸਾਨੂੰ ਇਜਾਜ਼ਤ ਲੈਣੀ ਪਏਗੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਨੂ ਸ਼ਾਹੀ ਅੱਜ ਫਿਰ ਇੱਕ ਵਾਰ ਪ੍ਰੋਗਰਾਮ ਲੈ ਕੇ ਆਈ ਹਾਂ ਡਾਈਟ ਐਂਡ ਫਿਟ ਦਾ। ਅੱਜ ਆਪਾਂ ਗੱਲ ਕਰਾਂਗੇ ਮੋਟਾਪੇ ਬਾਰੇ। ਮੋਟਾਪਾ ਕਿੱਦਾਂ ਹੁੰਦਾ ਹੈ ਤੇ ਆਪਾਂ ਇਸ ਤੋਂ ਕਿੱਦਾਂ ਛੁਟਕਾਰਾ ਪਾ ਸਕਦੇ ਹਾਂ। ਸੋ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਮੋਟਾਪੇ ਦੇ ਨੁਕਸਾਨਾਂ ਬਾਰੇ, ਮੋਟਾਪੇ ਦੇ ਕਾਰਨਾਂ ਬਾਰੇ। ਲੋ ਅੱਜ ਸਾਡੇ ਨਾਲ ਮੌਜੂਦ ਆ ਸਟੂਡੀਓ ਦੇ ਵਿੱਚ ਸਤਵਿੰਦਰ ਸਿੰਘ ਜੀ, ਜੋ ਕਿ ਡਾਈਟ ਐਂਡ ਫਿਟ ਦੇ ਐਕਸਪਰਟ ਹਨ। ਆ ਸਾਨੂੰ ਦੱਸਣਗੇ ਕਿ ਮੋਟਾਪਾ ਕਿਵੇਂ ਹੁੰਦਾ ਹੈ ਤੇ ਕਿੱਦਾਂ ਹੁੰਦਾ ਹੈ। ਸਤਵਿੰਦਰ ਜੀ, ਸਾਨੂੰ ਅੱਜ ਪਹਿਲਾਂ ਇਹ ਦੱਸੋ ਕਿ ਮੋਟਾਪੇ ਦੇ ਕੀ ਕਾਰਨ ਹਨ। ਅਨੂ ਜੀ, ਮੋਟਾਪੇ ਦੇ ਬਹੁਤ ਸਾਰੇ ਕਾਰਨ ਹਨ, ਪਰ ਮੈਂ ਜੋ ਸਮਝਦਾ ਹਾਂ ਸਭ ਤੋਂ ਵੱਡਾ ਕਾਰਨ ਹੈ ਸਾਡੇ ਖਾਣ ਪੀਣ ਦੀਆਂ ਗਲਤ ਆਦਤਾਂ। ਮੈਂ ਦੇਖਿਆ ਵੀ ਲੋਕੀ ਖਾਈ ਜਾਂਦੇ ਆ, ਪੇਟ ਭਰੀ ਜਾਂਦੇ ਆ, ਪੇਟ ਨੂੰ ਪੇਟ ਨਹੀਂ ਸਮਝਦੇ, ਡਸਟਬਿਨ ਸਮਝਦੇ ਹੈਗੇ ਆ। ਬਹੁਤਾ ਖਾਣਾ ਇੱਕ ਜ਼ਹਿਰ ਹੈਗਾ ਆ। ਸਮਝ ਲਓ ਅਸੀਂ ਬਿਮਾਰੀਆਂ ਨਾਲ ਪੇਟ ਨੂੰ ਭਰ ਰਹੇ ਹੈਗੇ ਆ। ਜੇ ਅਸੀਂ ਇੱਦਾਂ ਹੀ ਕਰਦੇ ਜਾਵਾਂਗੇ, ਇੱਕ ਦਿਨ ਸਾਨੂੰ ਦਵਾਈਆਂ ਨਾਲ ਪੇਟ ਭਰਨਾ ਪਵੇਗਾ। ਇਸ ਕਰਕੇ ਸਾਨੂੰ ਆਪਣੀ ਜੀਭ 'ਤੇ ਕੰਟਰੋਲ ਹੋਣਾ ਚਾਹੀਦਾ ਹੈਗਾ। ਸਿਆਣੇ ਕਹਿੰਦੇ ਆ ਵੀ ਜਿਹੜੀ ਚੀਜ਼ ਕੜਵੀ ਹੁੰਦੀ ਹੈ ਸਾਡੇ ਲਈ ਚੰਗੀ ਹੁੰਦੀ ਆ, ਜਿਹੜੀ ਚੀਜ਼ ਸਵਾਦਲੀ ਹੁੰਦੀ ਹੈ ਅਸੀਂ ਸਵਾਦ ਵਿੱਚ ਜ਼ਿਆਦਾ ਖਾ ਲੈਂਦੇ ਹਾਂ, ਇਸ ਕਰਕੇ ਸਾਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਮੋਟਾਪੇ ਦੇ ਹੋਰ ਕੀ ਕਾਰਨ ਹਨ? ਅਨੂ ਜੀ, ਇਸ ਤੋਂ ਇਲਾਵਾ ਜਿਹਨਾਂ ਲੋਕਾਂ ਦੀ ਫਿਜ਼ੀਕਲੀ ਐਕਟੀਵਿਟੀ ਘੱਟ ਹੁੰਦੀ ਹੈਗੀ, ਕੋਈ ਬੈੱਡ ਰੈਸਟ 'ਤੇ ਹੈਗਾ ਆ, ਜਿਨ੍ਹਾਂ ਕੋਲ ਆਪਣਾ ਕੋਈ ਹਾਰਡ ਵਰਕ ਹੁੰਦਾ ਹੀ ਨਹੀਂ ਹੈਗਾ, ਕੋਈ ਆਫਿਸ ਵਿੱਚ ਕੰਮ ਕਰਦਾ, ਉਹਨਾਂ ਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਮੋਟਾਪਾ ਘਟਾਉਣ ਵਾਸਤੇ ਜਾਂ ਆਪਣੇ ਆਪ ਨੂੰ ਫਿੱਟ ਕਰਨ ਵਾਸਤੇ ਸਾਨੂੰ ਅੱਧਾ ਘੰਟਾ ਆਪਣੀ ਬੋਡੀ ਲਈ ਜ਼ਰੂਰ ਦੇਣਾ ਚਾਹੀਦਾ ਹੈਗਾ। ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈਗੀ ਜਾਂ ਯੋਗਾ ਕਰਨਾ ਚਾਹੀਦਾ ਹੈਗਾ। ਇਹ ਨਹੀਂ ਆ ਵੀ ਸਾਰਾ ਕੁਝ ਖਾ ਪੀ ਕੇ ਆਰਾਮ ਨਾਲ ਬੈੱਡ 'ਤੇ ਬੈਠੇ ਰਹੀਏ, ਸਾਹਮਣੇ ਟੀਵੀ ਦੇਖਦੇ ਰਹੀਏ, ਕੋਈ ਐਕਟੀਵਿਟੀ ਕਰੀਏ ਹੀ ਨਾ। ਐਕਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ। ਸਾਨੂੰ ਆਪਣੀ ਜਿਹੜੀ ਡਾਈਟ ਆ ਉਹਨੂੰ ਵੀ ਸੰਤੁਲਿਤ ਰੱਖਣਾ ਪਊਗਾ, ਫਿਰ ਅਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੈਗੇ ਆ। ਕਈ ਲੋਕ ਹੈਗੇ ਜਿਸ ਤਰ੍ਹਾਂ ਲੇਡੀਜ਼ ਹੈਗੇ, ਉਹਨਾਂ ਨੂੰ ਹਾਰਮੋਨਲ ਪ੍ਰੋਬਲਮ ਹੁੰਦੀ ਹੈ, ਇਸ ਕਰਕੇ ਉਹਨਾਂ ਨੂੰ ਮੋਟਾਪਾ ਆ ਜਾਂਦਾ ਹੈਗਾ। ਪੋਸਟ ਪ੍ਰੈਗਨੈਂਸੀ ਕਾਰਨ ਵੀ ਮੋਟਾਪਾ ਆਉਂਦਾ ਹੈਗਾ ਆ, ਕਿਉਂਕਿ ਜਦੋਂ ਬੱਚਾ ਹੁੰਦਾ, ਬੱਚੇ ਹੋਣ ਤੋਂ ਬਾਅਦ ਔਰਤਾਂ ਨੂੰ ਹੈਵੀ ਡਾਈਟ ਲੈਣੀ ਪੈਂਦੀ। ਹੈਵੀ ਡਾਈਟ ਲੈਣ ਨਾਲ ਉਹਨਾਂ ਵਿੱਚ ਮੋਟਾਪਾ ਆ ਜਾਂਦਾ ਹੈਗਾ, ਕਿਉਂਕਿ ਉਹਨਾਂ ਦੀ ਪ੍ਰੋਬਲਮ ਵੀ ਹੁੰਦੀ ਹੈ, ਸਮਝ ਲਓ ਉਹਨਾਂ ਨੂੰ ਲੋੜ ਵੀ ਹੁੰਦੀ ਹੈਗੀ, ਉਹਨਾਂ ਨੂੰ ਹੈਵੀ ਡਾਈਟ ਲੈਣੀ ਹੀ ਪੈਂਦੀ ਹੈਗੀ ਆ। ਜੇ ਉਹ ਹੈਵੀ ਡਾਈਟ ਲੈ ਵੀ ਲੈਂਦੀਆਂ ਹੈਗੀਆਂ, ਉਹ ਬਿਲਕੁਲ ਨਾ ਘਬਰਾਉਣ। ਉਹ ਸਾਡਾ ਪ੍ਰੋਡਕਟ ਲੈ ਕੇ ਪਤਲੀਆਂ ਹੋ ਸਕਦੀਆਂ ਹਨ, ਆਪਣਾ ਪੇਟ ਘਟਾ ਸਕਦੀਆਂ ਹਨ। ਚਾਹੇ ਬੱਚਾ ਫੀਡ ਕਿਉਂ ਨਹੀਂ ਲੈ ਰਿਹਾ ਹੋਵੇ, ਫਿਰ ਵੀ ਉਹ ਸਾਡਾ ਟ੍ਰੀਟਮੈਂਟ ਲੈ ਸਕਦੀਆਂ ਹਨ। ਬੱਚੇ ਨੂੰ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਸੋ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰੋ। ਸਾਡੇ ਫੋਨ ਲਗਾਤਾਰ ਸਕਰੀਨ ਤੇ ਚੱਲ ਰਹੇ ਹਨ। ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗੇ। ਇਹ ਤਾਂ ਗੱਲ ਹੋਈ ਮੋਟਾਪੇ ਦੇ ਕੀ ਕਾਰਨ ਹਨ। ਸਾਨੂੰ ਇਹ ਦੱਸੋ ਕਿ ਮੋਟਾਪੇ ਦੇ ਕੀ ਨੁਕਸਾਨ ਹਨ। ਦੇਖੋ, ਮੋਟਾਪੇ ਦੇ ਬਹੁਤ ਸਾਰੇ ਨੁਕਸਾਨ ਹਨ। ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈਗਾ ਵੀ ਜਦੋਂ ਕੋਈ ਵੀ ਬੰਦਾ ਹੈਗਾ ਆਪਣੇ ਮਨਪਸੰਦ ਦੇ ਕੱਪੜੇ ਨਹੀਂ ਪਾ ਸਕਦਾ ਹੈਗਾ, ਉਹ ਆਪਣੇ ਆਪ ਨੂੰ ਬੜਾ ਹੀਨ ਸਮਝਦਾ ਹੈਗਾ, ਉਹ ਡਿਪਰੈਸ਼ਨ ਵਿੱਚ ਹੋ ਜਾਂਦਾ। ਉਹ ਆਪਣੇ ਆਪ ਲਈ ਨਹੀਂ, ਕਈ ਵਾਰੀ ਸਮਾਜ ਲਈ ਵੀ ਘਾਤਕ ਹੁੰਦਾ ਹੈਗਾ। ਇੱਕ ਤਾਂ ਇਹ ਬਹੁਤ ਵੱਡਾ ਡਰਾਬੈਕ ਹੈਗਾ ਮੋਟਾਪੇ ਦਾ ਹੈਗਾ। ਕਈ ਵਾਰੀ ਲੜਕੀਆਂ ਹੈਗੇ ਜਾਂ ਲੜਕੇ ਹੈਗੇ, ਮੋਟਾਪੇ ਕਾਰਨ ਉਹਨਾਂ ਨੂੰ ਮੈਚ ਨਹੀਂ ਮਿਲਦਾ ਹੈਗਾ। ਉਹ ਬਹੁਤ ਪੜ੍ਹੀਆਂ ਲਿਖੀਆਂ ਜਾਂ ਪੜ੍ਹੇ ਲਿਖੇ ਹੁੰਦੇ ਆ, ਉਹਨਾਂ ਨੂੰ ਰਿਸ਼ਤਾ ਨਹੀਂ ਲੱਭਦਾ, ਰਿਸ਼ਤੇ ਲੱਭਣ ਵਿੱਚ ਬੜੀ ਦਿੱਕਤ ਆਉਂਦੀ ਹੈਗੀ ਆ। ਇੱਕ ਅਧਿਐਨ ਵਿੱਚ ਦੱਸਿਆ ਵੀ ਸਾਨੂੰ 53 ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ, ਜਿਹਦੇ ਵਿੱਚ ਮੇਜਰ ਬਿਮਾਰੀਆਂ ਜਿਹੜੀਆਂ ਹੈਗੀਆਂ, ਸਾਨੂੰ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ, ਗੁਰਦਿਆਂ ਦੀ ਪ੍ਰੋਬਲਮ ਹੋ ਸਕਦੀ, ਸਾਹ ਚੜ੍ਹ ਸਕਦਾ ਹੈਗਾ, ਜੋੜਾਂ ਵਿੱਚ ਦਰਦ ਹੋ ਸਕਦੇ ਆ, ਇਸ ਤੋਂ ਇਲਾਵਾ ਪ੍ਰੋਸਟੇਟ ਕੈਂਸਰ ਤੱਕ ਹੋ ਸਕਦਾ ਹੈਗਾ। ਇਸ ਕਰਕੇ ਸਾਨੂੰ ਮੋਟਾਪੇ ਜਿਹੀ ਨਾਮਨਾਦ ਬਿਮਾਰੀ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈਗਾ। ਇਹ ਬਿਮਾਰੀ ਹੀ ਨਹੀਂ, ਇਹ ਬਹੁਤੀਆਂ ਬਿਮਾਰੀਆਂ ਦੀ ਜੜ ਹੈ। ਇਹ ਤਾਂ ਗੱਲ ਹੋਈ ਮੋਟਾਪੇ ਦੇ ਕਾਰਨਾਂ ਬਾਰੇ, ਨੁਕਸਾਨਾਂ ਬਾਰੇ। ਸਾਨੂੰ ਇਹ ਦੱਸੋ ਤੁਸੀਂ ਉਹਨਾਂ ਦਾ ਭਾਰ ਕਿੱਦਾਂ ਘਟਾਉਂਦੇ ਹਨ। ਮਾਰਕੀਟ ਵਿੱਚ ਬਹੁਤ ਸਾਰੀਆਂ ਦਵਾਈਆਂ ਮਿਲ ਜਾਂਦੀਆਂ ਹਨ, ਲੋਕੀ ਉਹਨਾਂ ਨੂੰ ਦੇਖ ਕੇ ਲੈ ਲੈਂਦੇ ਹੈਗੇ ਆ। ਕੋਈ ਸ਼ੇਕ ਪੀ ਜਾਂਦਾ ਹੈਗਾ, ਕੋਈ ਡਾਈਟਿੰਗ ਕਰੀ ਜਾਂਦਾ ਹੈਗਾ, ਕੋਈ ਆਪਣੇ ਆਪ ਐਕਸਰਸਾਈਜ਼ ਕਰੀ ਜਾਂਦਾ, ਪਰ ਉਹਨਾਂ ਦਾ ਭਾਰ ਨਹੀਂ ਘਟਦਾ ਹੈਗਾ। ਦੇਖੋ, ਅਸੀਂ ਡਾਈਟ ਐਂਡ ਫਿਟ ਜਿਹੜਾ ਹੈਗਾ ਇੱਕ ਕਨਸੈਪਟ ਵੇਚਦੇ ਹੈਗੇ ਆ ਵੀ ਸਾਨੂੰ ਕਿੱਦਾਂ ਦੀ ਡਾਈਟ ਲੈਣੀ ਚਾਹੀਦੀ। ਮੇਨਲੀ ਅਸੀਂ ਡਾਈਟ ਨੂੰ ਬੈਲੈਂਸ ਕਰਦੇ ਹੈਗੇ ਆ ਵੀ ਕਿੰਨੇ ਕਿਸੇ ਨੂੰ ਪ੍ਰੋਟੀਨ ਲੈਣਾ ਚਾਹੀਦਾ, ਫਾਈਬਰ ਲੈਣਾ ਚਾਹੀਦਾ, ਵਿਟਾਮਿਨ ਲੈਣੇ ਚਾਹੀਦੇ, ਮਿਨਰਲਸ ਲੈਣੇ ਚਾਹੀਦੇ ਹੈਗੇ ਆ। ਅਸੀਂ ਉਹਨਾਂ ਦੇ ਲੈਵਲ ਦੇ ਹਿਸਾਬ ਨਾਲ ਟ੍ਰੀਟਮੈਂਟ ਦਿੰਦੇ ਆ। ਸਾਡਾ ਜਿਹੜਾ ਪ੍ਰੋਡਕਟ ਹੈਗਾ ਆ, ਇਹਦੇ ਨਾਲ ਜਿਹੜਾ ਮੈਟਾਬੋਲਿਜ਼ਮ ਹੈਗਾ ਉਹ ਫਾਸਟ ਹੋ ਜਾਂਦਾ ਹੈਗਾ। ਜਦੋਂ ਮੈਟਾਬੋਲਿਜ਼ਮ ਫਾਸਟ ਹੁੰਦਾ, ਜਿਹੜੀ ਸਾਡੇ ਅੰਦਰ ਐਕਸਟਰਾ ਫੈਟ ਹੈਗੀ ਆ ਉਹ ਡਾਈਜੈਸਟ ਹੋਣਾ ਸ਼ੁਰੂ ਹੋ ਜਾਂਦੀ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੇਰਾ ਭਾਰ ਕਦੋਂ ਘਟ ਗਿਆ ਹੈਗਾ, ਕਿਉਂਕਿ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਕੋਈ ਲੂਜ ਮੋਸ਼ਨ ਨਹੀਂ ਲੱਗਦੇ ਹੈਗੇ। ਜਿਹੜੇ ਟੌਕਸਿਨਸ ਹੈਗੇ ਉਹ ਬਾਹਰ ਨਿਕਲ ਜਾਂਦੇ ਹੈਗੇ ਆ, ਬੰਦਾ ਈਜ਼ੀਲੀ ਆਪਣਾ ਭਾਰ ਘਟਾ ਲੈਂਦਾ ਹੈਗਾ।
ਇਸ ਕਰਕੇ ਕੋਈ ਵੀ ਜਿਹੜਾ ਭਾਰ ਘਟਾਉਣਾ ਚਾਹੁੰਦਾ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰਨ, ਕਿਸੇ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ। ਮੰਨਿਆ ਕਿ ਤੁਸੀਂ ਭਾਰ ਘਟਾ ਦਿੰਦੇ ਹੋ, ਪਰ ਸਾਨੂੰ ਇਹ ਦੱਸੋ ਕਿ ਕਈਆਂ ਨੇ ਪੇਟ ਘਟਾਉਣਾ ਹੁੰਦਾ, ਉਹ ਕਿੱਦਾਂ ਘਟਾਉਂਦੇ ਹੋ? ਦੇਖੋ ਜੀ, ਪੇਟ ਘਟਾਉਣ ਵਾਸਤੇ ਪਹਿਲੀ ਗੱਲ ਤਾਂ ਬੜਾ ਇਹ ਈਜ਼ੀ ਟਾਸਕ ਨਹੀਂ ਹੈਗਾ। ਲੋਕ ਸਮਝਦੇ ਹੈਗੇ ਵੀ ਥੋੜਾ ਜਿਹਾ ਪੇਟ ਹੀ ਵਧਿਆ ਹੈਗਾ ਆ, ਵੀ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈਗਾ ਵੀ ਮੋਟਾਪੇ ਦੀ ਸ਼ੁਰੂਆਤ ਹੀ ਪੇਟ ਤੋਂ ਹੁੰਦੀ ਹੈਗੀ ਆ। ਸਭ ਤੋਂ ਪਹਿਲਾਂ ਪੇਟ ਵੱਧਦਾ ਹੈਗਾ, ਉਸ ਤੋਂ ਬਾਅਦ ਹੌਲੀ ਹੌਲੀ ਭਾਰ ਵਧਣਾ ਸ਼ੁਰੂ ਹੋ ਜਾਂਦਾ। ਜਦੋਂ ਭਾਰ ਘਟਦਾ ਹੈਗਾ ਆ ਉਦੋਂ ਸਭ ਤੋਂ ਬਾਅਦ ਵਿੱਚ ਪੇਟ ਘਟਦਾ, ਭਾਰ ਪਹਿਲਾਂ ਘਟਦਾ ਹੈਗਾ। ਇਸ ਕਰਕੇ ਅਸੀਂ ਪੇਟ ਨੂੰ ਘਟਾਉਣ ਵਾਸਤੇ ਇੱਕ ਸਪੈਸ਼ਲ ਪ੍ਰੋਡਕਟ ਬਣਾਇਆ ਹੈਗਾ, ਜਿਹਨੂੰ ਅਸੀਂ ਟੰਮੀ ਟੱਕ ਜੈਲ ਕਹਿੰਦੇ ਹੈਗੇ। ਟੰਮੀ ਟੱਕ ਜੈਲ ਦਾ ਮਤਲਬ ਹੈਗਾ ਵੀ ਟੰਮੀ ਨੂੰ ਟੱਕ ਕਰਨਾ, ਢੱਕਣਾ ਹੈਗਾ ਆ। ਜਦੋਂ ਅਸੀਂ ਇਹਨੂੰ ਪੇਟ ਤੇ ਅਪਲਾਈ ਕਰਦੇ ਹੈਗੇ, ਜਿਹੜੇ ਸਾਡੀ ਸਕਿਨ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ, ਸਮੂਥ ਹੋ ਜਾਂਦੀ ਹੈ, ਫਰਮਨੈਸ ਇਹਦੀ ਵੱਧ ਜਾਂਦੀ ਹੈਗੀ ਆ, ਸਕਿਨ ਦੀ ਜਿਹੜੀ ਹੈਗੀ ਆ। ਜਿਹੜੇ ਸਟ੍ਰੈਚ ਮਾਰਕਸ ਹੁੰਦੇ ਉਹ ਵੀ ਇਹਦੇ ਨਾਲ ਘਟ ਜਾਂਦੇ ਹੈਗੇ ਆ। ਇਹਨੂੰ ਸਿਰਫ ਨਹਾਉਣ ਤੋਂ ਬਾਅਦ 2 ਮਿੰਟ ਲਗਾਉਣਾ ਹੁੰਦਾ, ਉਸ ਤੋਂ ਬਾਅਦ ਗਰਮ ਟਾਵਲ ਲਪੇਟਣਾ ਹੁੰਦਾ। ਸਿਰਫ ਇੰਨਾ ਕੁ ਕੰਮ ਹੈਗਾ। ਦੇਖੋ ਤੁਹਾਨੂੰ ਦਿਨਾਂ ਵਿੱਚ ਹੀ ਪਤਾ ਲੱਗ ਜਾਊਗਾ ਵੀ ਕਿਦੋਂ ਭਾਰ ਘਟ ਰਿਹਾ ਹੈਗਾ। ਜਿਹੜੀ ਜਿੱਦੀ ਫੈਟ ਹੈਗੀ ਆ, ਸਕਿਨ ਜਿਹੜੀ ਟਾਈਟ ਹੈਗੀ ਆ, ਪੇਟ ਤੁਹਾਡਾ ਫੁੱਟਬਾਲ ਦੇ ਵਾਂਗੂ ਲੱਗਦਾ ਹੈਗਾ, ਵਧਿਆ ਹੋਇਆ ਲੱਗਦਾ ਹੈਗਾ, ਉਹ ਬਿਲਕੁਲ ਘਟਣਾ ਸ਼ੁਰੂ ਹੋ ਜਾਊਗਾ। ਇੰਚਸ ਘਟੂਗੇ। ਜੇ ਥੋੜਾ ਬਹੁਤਾ ਭਾਰ ਆ ਉਹ ਵੀ ਇਹਦੇ ਨਾਲ ਘਟ ਜਾਵੇਗਾ। ਮੈਂ ਦੇਖਿਆ ਕਈਆਂ ਦਾ ਭਾਰ ਵੀ ਘਟ ਜਾਂਦਾ, ਪੇਟ ਵੀ ਘਟ ਜਾਂਦਾ, ਪਰ ਮੈਡੀਸਿਨ ਛੱਡਣ ਤੋਂ ਬਾਅਦ ਕੀ weight gain ਤਾਂ ਨਹੀਂ ਕਰੇਗਾ? ਦੇਖੋ ਜੀ, ਬਹੁਤ ਵਧੀਆ ਗੱਲ ਪੁੱਛੀ ਹੈਗੀ ਆ। ਇੱਕ ਸਾਨੂੰ ਲੋਕੀ ਆਮ ਗੱਲ ਕਰਦੇ ਹੈਗੇ ਆ ਵੀ ਅਸੀਂ ਸ਼ੇਕ ਪੀਤਾ ਹੈਗਾ, ਸਾਡਾ ਭਾਰ ਘਟ ਗਿਆ ਹੈਗਾ, ਉਸ ਤੋਂ ਬਾਅਦ ਫੇਰ ਵੱਧ ਗਿਆ ਹੈਗਾ। ਅਸੀਂ ਉਹਨਾਂ ਨੂੰ ਕਹੀਦਾ ਵੀ ਉਹਦੇ ਵਿੱਚ ਦੇਖੋ ਇਨਗਰੀਡੀਐਂਟਸ ਕਿਹੜੇ ਪਾਏ ਹੈਗੇ। ਉਹਦੇ ਵਿੱਚ 25% ਦਾ ਸ਼ੂਗਰ ਹੈਗੀ ਆ, ਫਰਕਟੋਜ਼ ਹੈਗਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਜਦੋਂ ਅਸੀਂ ਛੱਡਦੇ ਹੈਗੇ ਆ, ਕੁਝ ਟਾਈਮ ਪੀਰੀਅਡ ਲਈ ਅਸੀਂ ਮੀਲ ਰਿਪਲੇਸਮੈਂਟ ਨਾਲ ਭਾਰ ਘਟਾ ਲੈਂਦੇ ਹੈਗੇ। ਜਦੋਂ ਛੱਡਦੇ ਆ ਫਿਰ ਬੂਸਟ ਹੋ ਜਾਂਦਾ, ਵਜਨ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ। ਜੋ ਅਸੀਂ ਪ੍ਰੋਡਕਟ ਦਿੰਦੇ ਹੈਗੇ ਆ, ਅਸੀਂ ਬਿਲਕੁਲ ਇੱਕ ਨੈਚੁਰਲ ਪ੍ਰੋਡਕਟ ਦਿੰਦੇ ਹੈਗੇ ਆ। ਅਸੀਂ ਜੋ ਪ੍ਰੋਡਕਟ ਦਿੰਦੇ ਇਹਦੇ ਵਿੱਚ ਫੂਡ ਸਪਲੀਮੈਂਟ ਹੈਗਾ, ਕੁਝ ਆਯੁਰਵੈਦਿਕ ਦਵਾਈਆਂ ਹੈਗੀਆਂ। ਇਹਦੇ ਨਾਲ ਮੈਟਾਬੋਲਿਜ਼ਮ ਫਾਸਟ ਹੁੰਦਾ ਹੈਗਾ। ਦੂਜਾ ਅਸੀਂ ਡਾਈਟ ਨੂੰ ਬੈਲੈਂਸ ਕਰਦੇ ਹੈਗੇ ਵੀ ਸਾਨੂੰ ਕਿੱਦਾਂ ਦੀ ਡਾਈਟ ਲੈਣੀ ਚਾਹੀਦੀ ਆ। ਇਹ ਨਹੀਂ ਵੀ ਦਵਾਈ ਖਾਧੀ ਤੁਹਾਡੀ ਜਿਹੜੀ ਫੈਟ ਹੈਗੀ ਉਹ ਫਲਸ਼ ਆਊਟ ਹੋ ਜਾਏ, ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ। ਵੀ ਸਾਨੂੰ ਕਿੰਨੀ ਕੈਲਰੀਜ਼ ਕੰਜ਼ਿਊਮ ਕਰਨੀ ਚਾਹੀਦੀ ਆ। ਇੱਕ ਫਿਟ ਰਹਿਣ ਵਾਲੇ ਜਿਹੜਾ ਬੰਦਾ ਹੈਗਾ ਉਹਨੂੰ ਦਿਨ ਵਿੱਚ ਜਿਹੜਾ ਜੈਂਟਸ ਹੈਗਾ ਆ 1400 ਤੋਂ ਲੈ ਕੇ 1600 ਤੱਕ ਕੈਲਰੀਜ਼ ਕੰਜ਼ਿਊਮ ਕਰ ਸਕਦਾ ਹੈਗਾ। ਜਿਹੜੀ ਲੇਡੀਜ਼ ਹੈਗੀਆਂ ਉਹ 1200 ਤੋਂ ਲੈ ਕੇ 1300 ਤੱਕ। ਜਦੋਂ ਅਸੀਂ ਲਿਮਿਟ ਨੂੰ ਕ੍ਰਾਸ ਕਰਦੇ ਮੋਟਾਪਾ ਉਦੋਂ ਆਉਂਦਾ ਹੈਗਾ। ਸੋ ਅਸੀਂ ਆਪਣੀ ਡਾਈਟ ਦਾ ਖਿਆਲ ਰੱਖਣਾ ਹੈਗਾ। ਜਦੋਂ ਅਸੀਂ ਆਪਣੀ ਡਾਈਟ ਦਾ ਖਿਆਲ ਰੱਖਦੇ ਹਾਂ, ਕਿਸੇ ਵੀ ਹਾਲਤ ਵਿੱਚ ਤੁਹਾਡਾ ਭਾਰ ਨਹੀਂ ਵਧੇਗਾ, ਨਾ ਪੇਟ ਵਧੇਗਾ। ਹਾਂ, ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਹਾਰਮੋਨਲ, ਕਈ ਵਾਰੀ ਉਹਨਾਂ ਨੂੰ ਮੈਂਸੂਰੇਸ਼ਨ ਦੀ ਕਮੀ ਹੁੰਦੀ ਹੈਗੀ, ਘੱਟ ਵੱਧ ਹੁੰਦੇ ਹੈਗੇ ਆ। ਜਿਹੜੀਆਂ 35+ ਲੇਡੀਜ਼ ਹੈਗੀਆਂ ਉਹਨਾਂ ਨੂੰ ਕੈਲਸ਼ੀਅਮ ਖਾਣਾ ਚਾਹੀਦਾ ਹੈਗਾ ਆ। ਜੇ ਉਹ ਨਹੀਂ ਖਾਂਦੇ, ਉਹਨਾਂ ਦੇ ਜਿਹੜੇ ਐਸਟ੍ਰੋਜਨ ਪ੍ਰੋਜੈਸਟਰੋਨ ਹਾਰਮੋਨਸ ਹੈਗੇ ਉਹ ਅਨਬੈਲੈਂਸ ਹੋ ਜੂਗੇ। ਉਹ ਜੋ ਮਰਜ਼ੀ ਕਰ ਲੈਣ, ਉਹਨਾਂ ਦਾ ਭਾਰ ਨਹੀਂ ਘਟਣਾ। ਚਾਹੇ ਸਾਰਾ ਦਿਨ ਜਿਮਿੰਗ ਕਰ ਲੈਣ, ਚਾਹੇ ਰੋਟੀ ਵੀ ਨਾ ਖਾਣ, ਕੁਝ ਵੀ ਨਾ ਕਰਨ, ਉਹਨਾਂ ਦਾ ਭਾਰ ਨਹੀਂ ਘਟਣਾ। ਉਹਨਾਂ ਨੂੰ ਕਿੱਦਾਂ ਆਪਣਾ ਭਾਰ ਘਟਾਉਣਾ, ਸਾਡੇ ਨਾਲ ਸੰਪਰਕ ਕਰਨ। ਹਰ ਇੱਕ ਦੀ ਆਪੋ ਆਪਣੀ ਪ੍ਰੋਬਲਮ ਹੋ ਸਕਦੀ ਹੈ, ਇਸ ਕਰਕੇ ਸਾਨੂੰ ਆਪਣੀ ਪ੍ਰੋਬਲਮ ਸ਼ੇਅਰ ਕਰੋ। ਜਿਹੜਾ ਸ਼ੇਅਰ ਕਰਦਾ ਹੈਗਾ ਉਹਨਾਂ ਦਾ ਭਾਰ ਘਟ ਕੇ ਸਟੇਬਲ ਰਹਿੰਦਾ ਹੈਗਾ। ਸਟੇਬਲ ਰੱਖਣਾ ਆਪਣੇ ਆਪ ਨੂੰ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਆ। ਸਿਰਫ ਇੱਕ ਜੀਭ ਤੇ ਕੰਟਰੋਲ ਹੀ ਕਰਨਾ ਹੈਗਾ। ਜਿਹੜਾ ਬੰਦਾ ਜੀਭ ਤੇ ਕੰਟਰੋਲ ਕਰ ਲਵੇਗਾ, ਜਿਹੜਾ ਆਲੂ ਚਾਵਲ ਚਾਹ ਤੋਂ ਕੰਟਰੋਲ ਕਰ ਲਏਗਾ, ਉਹ ਆਪਣੇ ਆਪ ਨੂੰ ਫਿੱਟ ਰੱਖ ਸਕਦਾ ਹੈਗਾ। ਸੋ ਆਪਣੇ ਆਪ ਤੇ ਫਿੱਟ ਰੱਖਣ ਵਾਸਤੇ ਆਪਣੀ ਡਾਈਟ ਨੂੰ ਡਿਸਪਲਿਨ ਕਰੋ, ਬੈਲੈਂਸ ਕਰੋ। ਤੁਸੀਂ ਹਮੇਸ਼ਾ ਲਈ ਫਿੱਟ ਐਂਡ ਸਲਿਮ ਰਹਿ ਸਕਦੇ ਹੋ। ਕਈ ਲੋਕਾਂ ਨੂੰ ਡਰ ਤੇ ਸ਼ੱਕ ਹੁੰਦਾ ਹੈ ਕਿ ਜੇ ਅਗਰ ਮੈਡੀਸਿਨ ਉਹ ਲੈ ਲੈਣ, ਉਹਨਾਂ ਦਾ ਬਾਅਦ ਚ ਭਾਰ ਨਾ ਘਟੇ, ਤੇ ਕੀ ਤੁਸੀਂ ਸ਼ੋਰਿਟੀ ਦਿੰਦੇ ਹੋ ਕਿ ਉਹ weight ਘਟੇਗਾ ਕਿ ਨਹੀਂ? ਅਨੂ ਜੀ, ਬਿਲਕੁਲ ਸਹੀ ਗੱਲ ਹੈਗੀ। ਮਾਰਕੀਟ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਆ ਗਏ ਆ। ਲੋਕਾਂ ਨੇ ਪਤਾ ਨਹੀਂ ਕਿੱਥੋਂ ਲੈ ਕੇ ਪ੍ਰੋਡਕਟ ਖਾਦੇ ਹੈਗੇ ਆ। ਕਿਸੇ ਨੇ ਬੈਲਟਾਂ ਲਾਈਆਂ, ਕਿਸੇ ਨੇ ਕੁਛ ਕੀਤਾ ਹੈਗਾ, ਪਰ ਉਹਨਾਂ ਦਾ ਭਾਰ ਜਿਹੜਾ ਨਹੀਂ ਘਟਦਾ ਹੈਗਾ। ਇਸ ਕਰਕੇ ਉਹ ਸਾਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਦੇ ਹੈਗੇ ਵੀ ਕਿ ਤੁਹਾਡੇ ਪ੍ਰੋਡਕਟ ਨਾਲ ਭਾਰ ਘਟੇਗਾ। ਲੋਕ ਸਾਨੂੰ ਕਹਿੰਦੇ ਆ ਵੀ ਸਾਨੂੰ ਕੀ ਤੁਸੀਂ ਗਰੰਟੀ ਦਿੰਦੇ ਆ, ਸਾਡਾ ਭਾਰ ਕਿੰਨੇ ਦਿਨਾਂ ਵਿੱਚ ਘਟ ਜਾਵੇਗਾ। ਜਿਹੜੇ ਲੋਕ ਸਾਡੇ ਨਾਲ ਜੁੜੇ ਹੈਗੇ ਉਹ ਸਾਨੂੰ ਜਾਣਦੇ ਹੈਗੇ ਵੀ ਸਾਡਾ ਪ੍ਰੋਡਕਟ ਕਿੰਨਾ ਅਸਰ ਕਰਦਾ ਹੈਗਾ। ਜਿਨ੍ਹਾਂ ਨੂੰ ਫਿਰ ਵੀ ਨਹੀਂ ਯਕੀਨ ਆਉਂਦਾ, ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਸਿਰਫ 3 ਦਿਨ ਸਾਡਾ ਪ੍ਰੋਡਕਟ ਖਾ ਕੇ ਦੇਖ ਲਓ, ਤੁਹਾਨੂੰ 3 ਦਿਨ ਦੇ ਵਿੱਚ ਹੀ ਰਿਜ਼ਲਟ ਦਵਾਂਗੇ। ਜੇ ਤੁਹਾਨੂੰ 3 ਦਿਨ ਦੇ ਵਿੱਚ ਰਿਜ਼ਲਟ ਨਹੀਂ ਆਉਂਦਾ, ਤੁਸੀਂ ਸਾਡਾ ਪ੍ਰੋਡਕਟ ਨਾ ਖਾਓ, ਸਾਨੂੰ ਵਾਪਸ ਕਰ ਦਿਓ। ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ। ਇਸ ਕਰਕੇ ਤੁਸੀਂ ਬੇਫਿਕਰ ਹੋ। ਇੱਕ ਵਾਰੀ ਖਾ ਕੇ ਤਾਂ ਦੇਖੋ। ਜਦੋਂ ਤੁਸੀਂ ਪ੍ਰੋਡਕਟ ਖਾ ਲਿਆ, ਤੁਸੀਂ ਲੋਕਾਂ ਨੂੰ ਵੀ ਰਿਕਮੈਂਡ ਕਰੋਗੇ ਵੀ ਇਹ ਪ੍ਰੋਡਕਟ ਖਾਓ, ਵਧੀਆ ਹੈਗਾ। ਬਹੁਤ ਲੋਕ ਸਾਡੇ ਤੋਂ ਭਾਰ ਘਟਾ ਚੁੱਕੇ ਹਨ। ਲੜਕੀਆਂ ਭਾਰ ਘਟਾ ਚੁੱਕੀਆਂ ਹਨ, ਜਿਨ੍ਹਾਂ ਨੂੰ ਇਹ ਸੀਗਾ ਡਰ ਕਿ ਮੈਨੂੰ ਕੋਈ ਕਨਸੈਪਸ਼ਨ ਕਰਨ ਵਿੱਚ ਪ੍ਰੋਬਲਮ ਤਾਂ ਨਹੀਂ ਆਏਗੀ, ਜਾਂ ਉਹਨਾਂ ਨੂੰ ਮੋਸਟਲੀ ਇਹ ਪ੍ਰੋਬਲਮ ਹੁੰਦੀ ਹੈਗੀ ਹੈ, ਖਾਸ ਕਰਕੇ ਲੜਕੀਆਂ ਨੂੰ। ਸਾਡਾ ਪ੍ਰੋਡਕਟ ਬੜਾ ਸੇਫ ਹੈਗਾ, ਆਯੁਰਵੈਦਿਕ ਹੈਗਾ, ਨਾਲ ਅਸੀਂ ਫੂਡ ਸਪਲੀਮੈਂਟ ਦਿੰਦੇ ਹਾਂ, ਨਾਲ ਅਸੀਂ ਡਾਈਟ ਨੂੰ ਬੈਲੈਂਸ ਕਰਦੇ ਹਾਂ। ਇਸ ਕਰਕੇ ਬੇਫਿਕਰ ਰਹੋ। ਸਾਡਾ ਪ੍ਰੋਡਕਟ ਤੁਹਾਨੂੰ ਅਸਰ 3 ਦਿਨਾਂ ਵਿੱਚ ਹੀ ਦਿਖਾਉਣਾ ਸ਼ੁਰੂ ਕਰ ਦੇਗਾ। ਫਿਰ ਵੀ ਜੇ ਕੋਈ ਦਿੱਕਤ ਆਉਂਦੀ ਆ, ਸਾਨੂੰ ਫੋਨ ਤੇ ਸੰਪਰਕ ਕਰੋ, ਅਸੀਂ ਤੁਹਾਨੂੰ ਦੱਸਾਂਗੇ ਤੁਹਾਡਾ ਜਿਹੜਾ ਭਾਰ ਕਿੱਦਾਂ ਘਟੇਗਾ। ਇਹ ਤਾਂ ਗੱਲ ਹੋ ਗਈ ਮੋਟਾਪਾ ਘਟਾਉਣ ਦੀ। ਜਿਹੜੇ ਲੋਕ ਬੜੇ ਸਲਿਮ ਹਨ ਜਾਂ ਬੜੇ ਕਮਜ਼ੋਰ ਹਨ, ਜਿਨ੍ਹਾਂ ਨੂੰ ਬਾਡੀ ਵਧਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਆ, ਕਿ ਉਹਨਾਂ ਲਈ ਵੀ ਕੋਈ ਪ੍ਰੋਡਕਟ ਹੈ? ਬਿਲਕੁਲ ਅਨੂ ਜੀ, ਇਸ ਤਰ੍ਹਾਂ ਹੈਗਾ ਵੀ ਸਾਡਾ ਜਿਹੜਾ ਕਨਸੈਪਟ ਹੈਗਾ ਬੜਾ ਕਲੀਅਰ ਹੈਗਾ। ਜਿਹੜਾ ਸਾਡਾ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈਗਾ ਵੀ ਡਾਈਟ ਐਂਡ ਫਿਟ। ਡਾਈਟ ਐਂਡ ਫਿਟ ਦਾ ਮਤਲਬ ਹੈਗਾ ਵੀ ਅਸੀਂ ਆਪਣੇ ਆਪ ਨੂੰ ਫਿੱਟ ਕਰਨਾ ਹੈਗਾ, ਜਾਂ ਤੁਹਾਨੂੰ ਅਸੀਂ ਫਿੱਟ ਕਰਨਾ ਹੈਗਾ। ਜਿਹੜੇ ਪਤਲੇ ਹੈਗੇ ਆ ਉਹਨਾਂ ਨੂੰ ਮੋਟੇ ਕਰਦੇ, ਜਿਹੜੇ ਮੋਟੇ ਆ ਉਹਨਾਂ ਨੂੰ ਪਤਲੇ ਕਰਦੇ ਹੈਗੇ ਆ। ਜਿਹੜੇ ਲੋਕ ਪਤਲੇ ਹੈਗੇ ਆ ਉਹਨਾਂ ਦਾ ਅਸੀਂ 1 ਮਹੀਨੇ ਵਿੱਚ 5-6 ਕਿਲੋ ਭਾਰ ਵਧਾ ਦਿੰਦੇ ਹੈਗੇ ਆ। ਉਹਨਾਂ ਦਾ ਜਿਹੜਾ ਹੈਗਾ ਆ ਡਾਈਜੈਸਟਿਵ ਸਿਸਟਮ ਇੰਨਾ ਕੁ ਸਟਰੋਂਗ ਅਸੀਂ ਕਰ ਦਈਦਾ ਹੈਗਾ, ਜੋ ਵੀ ਖਾਂਦੇ ਉਹਨਾਂ ਨੂੰ ਪਚਣਾ ਸ਼ੁਰੂ ਹੋ ਜਾਂਦਾ ਹੈਗਾ।
ਚਿਹਰੇ ਦਾ ਰੰਗ ਲਾਲ ਹੋਣਾ ਸ਼ੁਰੂ ਹੋ ਜਾਂਦਾ, ਗੱਲਾਂ ਬਾਹਰ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਨਾਂ ਦਾ ਅੰਦਰ ਵੀ ਸੁੰਦਰ ਹੋ ਜਾਂਦਾ, ਬਾਹਰ ਵੀ ਸੁੰਦਰ ਹੋ ਜਾਂਦਾ, ਆਪਣੇ ਆਪ ਨੂੰ ਬੜੇ ਫਖਰ ਮਹਿਸੂਸ ਕਰਦੇ ਵੀ ਚਲੋ ਅਸੀਂ ਵੀ ਹੁਣ ਵਧੀਆ ਹੋ ਗਏ ਆ, ਸਾਨੂੰ ਵੀ ਵਧੀਆ ਹੁਣ ਕੱਪੜੇ ਜੱਚਦੇ ਹੈਗੇ ਆ। ਉਹ ਜੋ ਵੀ ਖਾਂਦੇ ਹੈਗੇ ਉਹਨਾਂ ਨੂੰ ਲੱਗਦਾ ਹੈਗਾ, ਇੱਕ ਉਹ ਛੋਟਾ ਜਿਹਾ ਚਮਚ ਵੀ ਕੋਈ ਖਾਂਦੇ ਹੈਗੇ ਆ ਨਾ, ਚਮਚ ਨਾਲ ਚੀਜ਼ ਵੀ ਖਾਂਦੇ ਆ, ਉਹ ਵੀ ਉਹਨਾਂ ਨੂੰ ਪਚਦੀ ਹੈਗੀ, ਵੇਸਟ ਨਹੀਂ ਜਾਂਦੀ ਹੈਗੀ ਆ। ਜਿਹੜਾ ਸਾਡਾ ਪ੍ਰੋਡਕਟ ਹੈਗਾ ਉਹਦੇ ਨਾਲ ਡਾਈਜੈਸਟਿਵ ਸਿਸਟਮ ਜਿਹੜਾ ਬੜਾ ਸਟਰੋਂਗ ਹੁੰਦਾ ਹੈਗਾ, ਮੈਦਾ ਸਟਰੋਂਗ ਹੁੰਦਾ ਹੈਗਾ, ਜੋ ਵੀ ਖਾਣਾ ਖਾਂਦੇ ਹੈਗੇ ਆ ਉਹ ਪਚਣਾ ਸ਼ੁਰੂ ਹੋ ਜਾਂਦਾ ਹੈਗਾ, ਖੂਨ ਬਣਨਾ ਸ਼ੁਰੂ ਹੋ ਜਾਂਦਾ, ਤਾਂ ਬੰਦੇ ਪਹਿਲਾਂ ਨਾਲੋਂ ਮੋਟੇ ਹੋਣਾ ਸ਼ੁਰੂ ਹੋ ਜਾਂਦੇ। ਇਸ ਕਰਕੇ ਤੁਸੀਂ ਬਿਲਕੁਲ ਨਾ ਘਬਰਾਓ, ਅਸੀਂ ਪਤਲੇ ਹੋਣ ਦੇ ਨਾਲ ਨਾਲ ਮੋਟੇ ਹੋਣ ਦੀ ਵੀ ਦਵਾਈ ਦਿੰਦੇ ਹੈਗੇ ਆ। ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰੋ ਤੇ ਆਪਣੇ ਆਪ ਨੂੰ ਫਿੱਟ ਕਰੋ। ਸੋ ਕਿਸੇ ਤਰ੍ਹਾਂ ਦੇ ਜੋ ਵੀ ਤੁਹਾਡੇ ਕੁਐਸਚਨ ਹੈਗੇ ਆ, ਸਾਡੇ ਫੋਨ ਤੇ ਲਗਾਤਾਰ ਨੰਬਰ ਚੱਲ ਰਹੇ ਆ, ਉਹਨਾਂ ਤੇ ਸੰਪਰਕ ਕਰੋ ਤੇ ਸਾਨੂੰ ਪੁੱਛੋ ਵੀ ਤੁਸੀਂ ਕੀ ਚਾਹੁੰਦੇ ਹੈਗੇ ਆ, ਅਸੀਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗੇ। ਜਿਹੜੇ ਛੋਟੇ ਬੱਚੇ ਹੁੰਦੇ ਹਨ ਉਹਨਾਂ ਦੀ ਮੈਮਰੀ ਜਿਹੜੀ ਹੁੰਦੀ ਆ ਬਹੁਤ ਘੱਟ ਹੁੰਦੀ ਆ, ਜ਼ਿਆਦਾਤਰ ਉਹ ਆਪਣਾ ਦਿਮਾਗ ਇਲੈਕਟ੍ਰੋਨਿਕ ਗੈਜਟ ਵਿੱਚ ਹੀ ਲਗਾਉਂਦੇ ਆ, ਪੜ੍ਹਾਈ ਵਿੱਚ ਨਹੀਂ ਇੰਨਾ ਕੰਸਨਟਰੇਟ ਕਰ ਸਕਦੇ ਆ। ਜਿੱਦਾਂ ਐਗਜ਼ਾਮ ਟਾਈਮ ਉਹ ਇੰਨਾ ਪੜ੍ਹ ਕੇ ਜਾਂਦੇ ਆ ਪਰ ਉੱਥੇ ਜਾ ਕੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ, ਕਿ ਉਹਦਾ ਕੀ ਕਾਰਨ ਹੋ ਸਕਦਾ ਹੈ? ਬਿਲਕੁਲ ਅਨੂ ਜੀ, ਬਹੁਤ ਵਧੀਆ ਕੁਐਸਚਨ ਪੁੱਛਿਆ ਵੀ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈਗੇ ਆ ਉਹ ਮੋਬਾਈਲ, ਲੈਪਟਾਪ, ਇਲੈਕਟ੍ਰੋਨਿਕ ਸਮਾਨ ਜਿਹੜਾ ਵੀ ਹੈਗਾ ਉਧਰ ਬੜਾ ਇਹਨਾਂ ਦਾ ਧਿਆਨ ਹੁੰਦਾ, ਖੇਡ ਕੂਦ ਵੱਲ ਵੀ ਇੰਨਾ ਧਿਆਨ ਨਹੀਂ ਹੈਗਾ। ਜਦੋਂ ਪੜ੍ਹਾਈ ਦੀ ਗੱਲ ਹੁੰਦੀ ਹੈ ਉਹ ਨਾ ਤਾਂ ਆਪਣਾ ਹੋਮਵਰਕ ਕਰਦੇ ਆ, ਨਾ ਉਹਨਾਂ ਦਾ ਦਿਲ ਲੱਗਦਾ ਹੈਗਾ। ਜੇ ਰਹੀ ਗੱਲ ਮੈਮਰੀ ਦੀ, ਜਿਹੜੀ ਹਰ ਇੱਕ ਇਨਸਾਨ ਜਿਹੜਾ ਹੈਗਾ ਉਹਦਾ ਜਿਹੜਾ ਦਿਮਾਗ ਹੈਗਾ ਆ ਉਹਦੇ ਵਿੱਚ 100 ਬਿਲੀਅਨ ਨਿਊਰਨ ਸੈੱਲਸ ਹੁੰਦੇ ਹੈਗੇ ਆ। ਇਹ ਜਿਹੜੇ ਸੈੱਲ ਹੈਗੇ ਆ ਇਹ ਸਾਨੂੰ ਜੋ ਵੀ ਅਸੀਂ ਆਲੇ ਦੁਆਲੇ ਦੇਖਦੇ ਹੈਗੇ ਆ ਓਬਜ਼ਰਵ ਕਰ ਲੈਂਦੇ ਹੈਗੇ, ਅੰਦਰ ਸਟੋਰ ਕਰ ਲੈਂਦੇ ਆ। ਜਦੋਂ ਅਸੀਂ ਉਹ ਚੀਜ਼ਾਂ ਨੂੰ ਐਕਸਪਲੇਨ ਕਰਦੇ ਆ, ਬਾਹਰ ਕੱਢਦੇ ਆ, ਉਹਨੂੰ ਮੈਮਰੀ ਕਹਿੰਦੇ ਹੈਗੇ ਆ। ਹੁਣ ਜਿਹੜੀ ਮੈਮਰੀ ਹੈਗੀ ਆ ਉਦੋਂ ਹੀ ਘਟਦੀ ਹੈਗੀ ਆ ਜਦੋਂ ਕਿਸੇ ਦਾ ਜਿਹਦਾ ਸੈੱਲ ਜਿਹੜੇ ਕਮਜ਼ੋਰ ਹੋਣ। ਉਹ ਸੈੱਲ ਕਮਜ਼ੋਰ ਹੋਣ ਦੇ ਕਈ ਕਾਰਨ ਹੁੰਦੇ, ਇੱਕ ਤਾਂ ਵੱਧਦੀ ਉਮਰ ਹੋ ਗਈ ਆ। ਜਿਹੜੇ ਬੱਚੇ ਹੈਗੇ ਜਦੋਂ ਉਹਨਾਂ ਦੇ ਸੈੱਲ ਕਮਜ਼ੋਰ ਹੁੰਦੇ ਹੈਗੇ ਆ ਉਹਨਾਂ ਦਾ ਪੜ੍ਹਾਈ ਵਿੱਚ ਦਿਲ ਨਹੀਂ ਲੱਗਦਾ। ਕਈ ਬੱਚੇ ਜਿਸ ਤਰ੍ਹਾਂ ਉਹਨਾਂ ਨੂੰ ਪ੍ਰੋਬਲਮ ਹੁੰਦੀ ਬੈੱਡ ਵੈਟ ਦੀ ਹੈਗੀ, ਉਸ 'ਤੇ ਵੀ ਇਹ ਸਾਡਾ ਜਿਹੜਾ ਪ੍ਰੋਡਕਟ ਅਸੀਂ ਦਿੰਦੇ ਆ ਬੜਾ ਅਸਰ ਕਰਦਾ ਹੈਗਾ। ਮੈਮਰੀ ਜਿਹੜੀ ਹੈਗੀ ਆ ਬੜੀ ਸ਼ਾਰਪ ਹੋ ਜਾਂਦੀ ਜਿਹੜਾ ਅਸੀਂ ਪ੍ਰੋਡਕਟ ਦਿੰਦੇ ਹੈਗੇ ਆ। ਕਈ ਲੋਕ ਜਿਨ੍ਹਾਂ ਨੂੰ ਆਪਣੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੈਗਾ ਵੀ ਸ਼ਕਲਾਂ ਤਾਂ ਯਾਦ ਰਹਿੰਦੀਆਂ ਹੈਗੀਆਂ ਆ ਪਰ ਉਹਨਾਂ ਨੂੰ ਨਾਮ ਭੁੱਲ ਜਾਂਦੇ ਹੈਗੇ ਆ। ਇਸ ਤਰ੍ਹਾਂ ਬਿਲਕੁਲ ਨਹੀਂ ਹੋਊਗਾ, ਚਾਹੇ ਵੱਧਦੀ ਉਮਰ ਦੇ ਵਿੱਚ ਹੋਵੇ, ਚਾਹੇ ਉਹਨਾਂ ਦੀ ਕਿਸੇ ਵੀ ਕਾਰਨਾਂ ਦੀ ਕਿਉਂ ਨਹੀਂ ਗੱਲ। ਸਭ ਤੋਂ ਵੱਡਾ ਕਾਰਨ ਜਿਹੜਾ ਮੈਮਰੀ ਦਾ ਘਟਣ ਦਾ ਹੈਗਾ ਆ ਉਹ ਹੈਗਾ ਵੀ ਸਾਡੀ ਜਿਹੜੀ ਬਾਡੀ ਹੈਗੀ ਉਹਨੂੰ ਪ੍ਰੋਪਰ ਜਿਹੜੇ ਨਿਊਟ੍ਰੀਸ਼ਨ ਨਹੀਂ ਮਿਲ ਰਿਹਾ ਹੈਗਾ। ਸਾਡਾ ਇਸ ਤਰ੍ਹਾਂ ਦਾ ਫੂਡ ਹੀ ਨਹੀਂ ਹੈਗਾ, ਸਾਡਾ ਖਾਣ ਪੀਣ ਗਲਤ ਹੈਗਾ, ਇਸ ਕਰਕੇ ਸਾਡੀ ਜਿਹੜੀ ਮੈਮਰੀ ਘਟਦੀ ਹੈਗੀ ਆ। ਦੂਜੇ ਲੋਕ ਜਿਹੜੇ ਆ ਜ਼ਿਆਦਾ ਸਟ੍ਰੈਸ ਵਿੱਚ ਰਹਿੰਦੇ ਹੈਗੇ ਆ, ਜਦੋਂ ਸਟ੍ਰੈਸ ਵਿੱਚ ਰਹਿਣਗੇ ਉਹਨਾਂ ਦੀ ਮੈਮਰੀ ਜਿਹੜੀ ਘਟੇਗੀ। ਸਟ੍ਰੈਸ ਨੂੰ ਇਹ ਆਊਟ ਕਰਦੀ ਹੈਗੀ ਆ। ਜਿਹੜੇ ਲੋਕ ਹੈਗੇ ਜਿਨ੍ਹਾਂ ਦੀ ਮੈਮਰੀ ਹੈਗੀ, ਜਿਨ੍ਹਾਂ ਦੀ ਕੌਨਸਨਟ੍ਰੇਸ਼ਨ ਨਹੀਂ ਹੁੰਦੀ, ਉਹਨਾਂ ਨੂੰ ਸਿਰਫ 1 ਮਹੀਨਾ ਹੀ ਟ੍ਰੀਟਮੈਂਟ ਲੈਣ ਦੀ ਲੋੜ ਹੈਗੀ ਆ, ਉਹ ਬਿਲਕੁਲ ਠੀਕ ਹੋ ਜਾਣਗੇ। ਉਹਨਾਂ ਦੇ ਜਿਹੜੇ ਹੱਥ ਕੰਬਦੇ ਹੈਗੇ ਉਹ ਵੀ ਇਹਦੇ ਨਾਲ ਠੀਕ ਹੋਣੇ ਸ਼ੁਰੂ ਹੋ ਜੂਗੇ। ਕਈਆਂ ਦਾ ਦੇਖਿਆ ਹੋਣਾ ਵੀ ਬਲੱਡ ਪ੍ਰੈਸ਼ਰ ਘਟਣ ਜਾਂ ਵਧਣ ਦੇ ਨਾਲ ਅੱਧਾ ਸਿਰ ਦੁਖਦਾ ਜਾਂ ਪੂਰਾ ਸਿਰ ਦੁਖਦਾ, ਮਾਈਗ੍ਰੇਨ ਜਿਹਨੂੰ ਕਹਿੰਦੇ ਹੈਗੇ ਆ, ਉਹ ਵੀ ਇਹਦੇ ਨਾਲ ਕੰਟਰੋਲ ਹੋ ਜਾਂਦਾ ਹੈਗਾ। ਐਪੀਲੈਪਸੀ ਵਿੱਚ ਤਾਂ ਬਹੁਤ ਹੀ ਇਹ ਵਧੀਆ ਹੈਗੀ ਆ। ਇਸ ਕਰਕੇ ਜੇ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਹੈਗਾ ਵੀ ਕਿਸੇ ਦੀ ਮੈਮਰੀ ਕਮਜ਼ੋਰ ਹੈਗੀ ਆ ਜਾਂ ਕੋਈ ਬੱਚੇ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ, ਸਾਡੇ ਨਾਲ ਸੰਪਰਕ ਕਰੋ। ਬਹੁਤਾ ਨਹੀਂ, ਸਿਰਫ 1 ਮਹੀਨਾ ਸਾਨੂੰ ਦਿਓ, ਫਿਰ ਦੇਖੋ ਤੁਹਾਡਾ ਬੱਚਾ ਕਿੰਨਾ ਪੜ੍ਹਾਈ ਵਿੱਚ ਦਿਲ ਲਗਾਉਂਦਾ ਹੈ, ਮਨ ਲਗਾਉਂਦਾ ਹੈਗਾ, ਦਿਲੋਂ ਪੜ੍ਹਦਾ ਹੈ। ਸੋ ਜਿਹੜਾ ਸਾਡਾ ਦਿਮਾਗ ਹੈਗਾ ਆ ਇਹ ਸਾਡੇ ਸਰੀਰ ਦਾ ਅਹਿਮ ਹਿੱਸਾ ਹੈਗਾ। ਇਸ ਤੋਂ ਬਗੈਰ ਸਾਡਾ ਜਿਹੜਾ ਸਰੀਰ ਇੱਕ ਮੁਰਦਾ ਹੈਗਾ ਆ। ਦਿਮਾਗ ਜਿਹੜਾ ਹੈਗਾ ਆ ਇਹਦੇ ਵਿੱਚ ਇੰਨੀ ਕੁ ਮੈਮਰੀ ਸਟੋਰ ਹੋ ਸਕਦੀ, ਜੇ ਅਸੀਂ ਇਹਨੂੰ ਚਲਾਈਏ ਕਿਸੇ ਮੰਨ ਲਓ ਕਿਸੇ ਵੀ ਡਿਵਾਈਸ ਵਿੱਚ ਚਲਾਉਂਦੇ ਤਾਂ 300 ਸਾਲ ਤੱਕ ਇਹਨੂੰ ਚਲਾਈਏ ਤਾਂ ਵੀ ਇਹਦੀ ਮੈਮਰੀ ਖਤਮ ਨਹੀਂ ਹੁੰਦੀ। ਇਸ ਕਰਕੇ ਮੈਮਰੀ ਦੀ ਕੋਈ ਗੱਲ ਨਹੀਂ ਹੈਗੀ, ਗੱਲ ਹੈਗੀ ਸਟ੍ਰੈਸ ਦੀ। ਜੋ ਅਸੀਂ ਡਾਈਟ ਲੈਂਦੇ ਹੈਗੇ ਉਹ ਸਹੀ ਹੋਣੀ ਚਾਹੀਦੀ ਆ। ਬਿਲਕੁਲ ਹਰ ਕੋਈ ਬੰਦਾ ਠੀਕ ਹੋ ਸਕਦਾ ਹੈਗਾ। ਇਸ ਇੱਕੋ ਪ੍ਰੋਡਕਟ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਤੁਸੀਂ ਪਾ ਸਕਦੇ ਹੈ ਨਾ। ਇਹ ਸੋਨੇ ਤੇ ਸੁਹਾਗੇ ਵਾਲੀ ਗੱਲ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਇਹ ਸਿੰਪਟਮਸ ਹੈਗੇ ਆ, ਸਾਡੇ ਨਾਲ ਸਲਾਹ ਕਰੋ, ਸੰਪਰਕ ਕਰੋ, ਅਸੀਂ ਤੁਹਾਨੂੰ ਬੈਸਟ ਰਿਜ਼ਲਟ ਦੇਵਾਂਗੇ। ਅਸੀਂ ਦੇਖਿਆ ਕਿ ਕਈ ਲੋਕਾਂ ਦਾ ਭਾਰ ਬਹੁਤ ਜ਼ਿਆਦਾ ਵਧਿਆ ਹੁੰਦਾ, ਉਸ ਦੇ ਕਾਰਨ ਉਹਨਾਂ ਦੇ ਲੈਗ ਪੇਨ ਜਾਂ ਬੋਡੀ ਪੇਨ ਬਹੁਤ ਜ਼ਿਆਦਾ ਹੁੰਦੀ ਆ। ਕੀ ਉਹ ਜੋੜਾਂ ਦੇ ਦਰਦ ਵੀ ਹਟ ਸਕਦੇ ਨੇ ਉਹਨਾਂ? ਬਿਲਕੁਲ ਜੀ, ਜਿਸ ਤਰ੍ਹਾਂ ਦਾ ਅੱਜ ਸਾਡਾ ਖਾਣ ਪੀਣ ਹੈਗਾ, ਲੋਕੀ ਬੇਤਹਾਸ਼ਾ ਖਾਈ ਜਾਂਦੇ ਹੈਗੇ ਆ, ਆਪਣੇ ਢਿੱਡ ਵਧਾਈ ਜਾਂਦੇ ਹੈਗੇ ਆ। ਜਿਨ੍ਹਾਂ ਦਾ ਭਾਰ ਵੱਧ ਜਾਂਦਾ ਹੈਗਾ ਆ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਹਰ ਹਾਲ ਵਿੱਚ ਹੋਵੇਗੀ। ਅਸੀਂ ਦੇਖਿਆ ਵੀ ਜਿਨ੍ਹਾਂ ਲੋਕਾਂ ਨੂੰ 60 ਕਿਲੋ ਭਾਰ ਚਾਹੀਦਾ ਉਹਨਾਂ ਦਾ 100 ਕਿਲੋ ਹੋਇਆ ਹੁੰਦਾ ਹੈਗਾ। ਉਹਨਾਂ ਨੇ ਹਰ ਵੇਲੇ ਆਪਣੇ ਆਪ ਤੇ 40 ਕਿਲੋ ਦਾ ਲੋਡ ਚੱਕਿਆ ਹੋਇਆ ਹੈਗਾ। ਇਹਦੇ ਨਾਲ ਕੀ ਹੋਊਗਾ, ਜਿਹੜੇ ਸਾਡੇ ਲਿਗਮੈਂਟਸ ਹੈਗੇ ਉਹ ਘਸ ਜਾਂਦੇ ਹੈਗੇ ਆ, ਉਹਨਾਂ ਵਿੱਚ ਗੈਪ ਪੈਣਾ ਸ਼ੁਰੂ ਹੋ ਜਾਂਦਾ ਹੈਗਾ। ਜਿਹੜੀ ਉਹਦੀ ਝਿੱਲੀ ਹੈਗੀ ਆ, ਲੁਬਰੀਕੈਂਟ ਜਿਹੜਾ ਹੈਗਾ ਘਟਣ ਦੇ ਨਾਲ ਕਰਕੇ ਉਹ ਸਖਤ ਹੋ ਜਾਂਦੀ ਹੈਗੀ ਆ। ਜਦੋਂ ਅਸੀਂ ਚੱਲਦੇ ਹੈਗੇ ਤਾਂ ਸਾਨੂੰ ਪੇਨ ਹੁੰਦੀ ਹੈਗੀ ਆ। ਸਾਡਾ ਜੋ ਅਸੀਂ ਟ੍ਰੀਟਮੈਂਟ ਦਿੰਦੇ ਹੈਗੇ ਆ, ਖਾਸ ਇੱਕ ਗੱਲ ਦਾ ਰੱਖੀਦਾ ਹੈਗਾ ਇਹਦੇ ਵਿੱਚ ਧਿਆਨ ਵੀ ਉਹਨਾਂ ਨੂੰ ਕੈਲਸ਼ੀਅਮ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਲੈਣਾ ਚਾਹੀਦਾ। ਅਸੀਂ ਕੈਲਸ਼ੀਅਮ ਵਾਟਰ ਸੋਲੂਬਲ ਦਿੰਦੇ ਹਾਂ, ਜਿਹੜਾ ਉਹਨਾਂ ਦੀ ਕੈਲਸ਼ੀਅਮ ਦੀ ਘਾਟ ਆ ਉਹ ਪੂਰੀ ਕਰਦੇ ਹੈਗੇ ਆ। ਜਿਹੜੇ ਲਿਗਮੈਂਟਸ ਹੈਗੇ ਉਹ ਠੀਕ ਹੋਣਾ ਸ਼ੁਰੂ ਹੋ ਜਾਂਦੇ ਹੈਗੇ ਆ, ਫਟੇ ਉਹ ਠੀਕ ਹੋਣਾ ਸ਼ੁਰੂ ਹੋ ਜਾਂਦੇ ਆ, ਅਕੜਾਨ ਜਿਹੜੀ ਹੈਗੀ ਉਹ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਜਾਂਦੀ ਆ, ਸੋਜਸ਼ ਜਿਹੜੀ ਠੀਕ ਹੋਣਾ ਸ਼ੁਰੂ ਹੋ ਜਾਂਦੀ ਹੈ, ਜਿਹੜਾ ਲੁਬਰੀਕੈਂਟ ਹੈਗਾ ਉਹ ਬਣਨਾ ਸ਼ੁਰੂ ਹੋ ਜਾਂਦਾ ਹੈਗਾ ਆ। ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਜਿਨ੍ਹਾਂ ਨੂੰ ਜੋੜਾਂ ਦੀ ਪ੍ਰੋਬਲਮ ਹੁੰਦੀ ਹੈਗੀ ਆ ਉਹ ਬੈਠ ਕੇ ਉੱਠ ਨਹੀਂ ਸਕਦੇ, ਬਿਸਤਰਾ ਛੱਡਣ ਨੂੰ ਉਹਨਾਂ ਦਾ ਦਿਲ ਹੀ ਨਹੀਂ ਕਰਦਾ ਹੈਗਾ, ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈਗੀ ਆ।
ਕਈ ਲੋਕ ਕਹਿੰਦੇ ਆ ਵੀ ਚਲੋ ਅਸੀਂ ਗੋਡੇ ਬਦਲਾ ਲੈਂਦੇ ਹੈਗੇ ਆ, ਗੋਡੇ ਬਦਲਾਉਣਾ ਹੀ ਪੱਕਾ ਹੱਲ ਨਹੀਂ ਹੈਗਾ ਇਸ ਦਾ। ਜਿਹੜੇ ਲੋਕ ਗੋਡੇ ਬਦਲਾ ਲੈਂਦੇ ਉਹਨਾਂ ਕੋਲ ਸਹੀ ਤਰ੍ਹਾਂ ਬੈਠ ਹੀ ਨਹੀਂ ਹੁੰਦਾ, ਚੌਂਕੜੀ ਮਾਰ ਕੇ ਨਹੀਂ ਬੈਠ ਹੁੰਦਾ, ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈਗੀ ਆ। ਜੇ ਅਸੀਂ ਆਪਣੇ ਓਰੀਜਨਲ ਜਿਹੜੇ ਸਾਡੇ ਕੁਦਰਤ ਨੇ ਗੋਡੇ ਦਿੱਤੇ ਹੈਗੇ, ਜੇ ਉਹਨਾਂ ਦਾ ਅਸੀਂ ਬਚਾਅ ਕਰ ਲਈਏ, ਆਪਣੇ ਡਾਈਟ 'ਤੇ ਕੰਟਰੋਲ ਕਰ ਲਈਏ, ਆਪਣਾ ਖਾਣ ਪੀਣ ਸਹੀ ਕਰ ਲਈਏ, ਤਾਂ ਆਪਣਾ ਭਾਰ ਘਟਾ ਲਈਏ, ਤਾਂ ਅਸੀਂ ਬਿਲਕੁਲ ਇਸ ਤੋਂ ਨਿਜਾਤ ਪਾ ਸਕਦੇ ਹੈਗੇ ਆ। ਜੇ ਕਿਸੇ ਦੇ ਗੋਡਿਆਂ ਵਿੱਚ ਗਰਮਾਹਟ ਹੁੰਦੀ ਹੈਗੀ ਆ, ਪੇਨ ਹੁੰਦੀ ਆ, ਸਵੈਲਿੰਗ ਹੁੰਦੀ ਹੈਗੀ, ਆਪਣਾ ਯੂਰਿਕ ਐਸਿਡ ਟੈਸਟ ਕਰਵਾ ਲੈਣ, ਉਹ ਸਾਨੂੰ ਦੱਸਣ ਵੀ ਸਾਨੂੰ ਕੀ ਪ੍ਰੋਬਲਮ ਹੈਗੀ ਆ। ਅਸੀਂ ਜਦੋਂ ਟਰੀਟਮੈਂਟ ਦਿੰਦੇ ਹੈਗੇ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਦੇਵਾਂਗੇ। ਜਦੋਂ ਤੁਸੀਂ ਲੈਂਦੇ ਆ ਪ੍ਰੋਪਰ ਕੈਲਸ਼ੀਅਮ, ਪ੍ਰੋਪਰ ਮੈਡੀਸਨ ਲੈਂਦੇ ਹੈਗੇ ਆ, ਕੁਝ ਸਾਡੇ ਕੋਲ ਦਵਾਈਆਂ ਆਯੁਰਵੈਦਿਕ ਵੀ ਅਸੀਂ ਨਾਲ ਦਿੰਦੇ ਹੈਗੇ ਆ। ਉਹ ਜਿਹੜੀਆਂ ਦਵਾਈਆਂ ਹੈਗੀਆਂ ਪੈਰਾਂ ਤੋਂ ਲੈ ਕੇ ਸਿਰ ਤੱਕ, ਅੰਦਰ ਤੋਂ ਲੈ ਕੇ ਬਾਹਰ ਤੱਕ, ਕਿਤੇ ਵੀ ਸਵੈਲਿੰਗ ਕਿਉਂ ਨਾ ਹੋਵੇ, ਘਟਾ ਦਿੰਦੀ ਹੈਗੀ ਆ। ਜਿਹੜੇ ਐਨੈਮਿਕ ਪੇਸ਼ੈਂਟ ਹੁੰਦੇ ਹੈਗੇ ਆ ਉਹਨਾਂ ਦਾ ਬਲੱਡ ਵੀ ਇਹਦੇ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈਗਾ। ਬਾਕੀ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਆ। ਬਿਨਾਂ ਸਾਈਡ ਇਫੈਕਟ ਤੋਂ ਆਯੁਰਵੈਦਿਕ ਟਰੀਟਮੈਂਟ ਹੈਗਾ ਆ, ਨਾਲ ਫੂਡ ਸਪਲੀਮੈਂਟ ਹੈਗਾ, ਜੋ ਆਪਣੇ ਜੋੜਾਂ ਦੇ ਦਰਦਾਂ ਤੋਂ ਨਿਜਾਤ ਪਾ ਸਕਦੇ ਹਨ। ਜੇ ਤੁਹਾਨੂੰ ਲੱਗਦਾ ਤੁਹਾਡੇ ਅੰਦਰ ਇਹ ਸਿੰਪਟਮਸ ਹਨ ਜਾਂ ਤੁਹਾਡੇ ਬੱਚਿਆਂ ਦੇ ਅੰਦਰ ਇਹ ਸਿੰਪਟਮਸ ਹਨ, ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਡਾਈਟ ਐਂਡ ਫਿਟ ਦੇ ਐਕਸਪਰਟ ਸਤਵਿੰਦਰ ਸਿੰਘ ਦੇ ਨਾਲ। ਸੋ ਦੋਸਤੋ, ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਨੈਕਸਟ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ।